परम सन्मानयोग सतगुरां दी साजी निवाजी गुरु प्यारी गुरु रूप खालसा साध संगत जीओ। ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਪ੍ਰੇਮ ਸਹਿਤ ਹਾਜ਼ਰੀ ਭਰਦਿਆਂ ਹੋਇਆਂ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਅੰਦਰ ਜੁੜ ਕਰਕੇ ਅਰਦਾਸ ਬੇਨਤੀ ਜੋਦਰੀ ਕੀਤੀ। ਸਤਿਗੁਰਾਂ ਨੇ ਅਪਾਰ ਕਿਰਪਾ ਰਹਿਮਤ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਉਪਰੰਤ ਪਾਵਨ ਦੀਵਾਨਾਂ ਵਿੱਚ ਪ੍ਰੇਮ ਸਹਿਤ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਕਾ ਜਸ ਸ਼ਰਵਣ ਕਰ ਰਹੇ ਹਾਂ। ਆਓ ਗੁਰੂ ਚਰਨਾਂ ਵਿੱਚ ਸੁਰਤ ਨੂੰ ਇਕਾਗਰ ਕਰੀਏ। ਜਿੱਥੇ ਤਨ ਕਰਕੇ ਹਾਜ਼ਰੀਆਂ ਭਰ ਰਹੇ ਹਾਂ ਉੱਥੇ ਮਨ ਕਰਕੇ ਸਤਿਗੁਰਾਂ ਦੇ ਹਜ਼ੂਰ ਹਾਜ਼ਰੀ ਲਗਵਾਈਏ। ਰਸਨਾ ਪਵਿੱਤਰ ਕਰੀਏ। ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜੋ ਇਤਿਹਾਸ ਦੀ ਲੜੀਵਾਰ ਕਥਾ ਆਪਾਂ ਰੋਜ਼ਾਨਾ ਹੀ ਇਸ ਪਾਵਨ ਸਥਾਨ ਤੋਂ ਸ਼ਰਵਣ ਕਰਦੇ ਹਾਂ। ਜਗਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਇਸ ਵੇਲੇ ਹਿੰਦੂ ਤੀਰਥਾਂ ਦੀ ਯਾਤਰਾ ਕਰ ਰਹੇ ਹਨ। ਉਹਨਾਂ ਤੀਰਥਾਂ ਤੇ ਜਾ ਕੇ ਸਤਿਗੁਰੂ ਜੀ ਉੱਥੇ ਜਿਹੜੇ ਲੋਕ ਭੁੱਲੇ ਭਟਕੇ ਭਰਮਾਂ ਵਿੱਚ ਪਏ ਹੋਏ ਨੇ ਉਹਨਾਂ ਨੂੰ ਸਤਿਗੁਰੂ ਜੀ ਸਿੱਧੇ ਰਾਹ ਤੇ ਪਾ ਰਹੇ ਨੇ। ਤੇ ਨਾਲ ਹੀ ਉਸ ਵੇਲੇ ਜਿਹੜੇ ਧਰਮ ਦੇ ਪੁਜਾਰੀ ਹਨ, ਪੰਡਤ ਹਨ, ਬ੍ਰਾਹਮਣ ਹਨ, ਸੰਨਿਆਸੀ ਹਨ, ਸਾਧੂ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਵੀ ਮੱਤ ਦੇ ਕੇ ਸਮਝਾ ਰਹੇ ਹਨ ਕਿ ਲੋਕਾਂ ਨੂੰ ਭਰਮਾਂ ਵਿੱਚ ਨਾ ਪਾਓ। ਆਪ ਵੀ ਸੱਚ ਦੇ ਰਸਤੇ ਤੇ ਤੁਰੋ ਤੇ ਲੋਕਾਂ ਨੂੰ ਵੀ ਸੱਚ ਦੇ ਰਸਤੇ ਤੇ ਵਾਹਿਗੁਰੂ ਦੇ ਸਿਮਰਨ ਵਾਲੇ ਰਸਤੇ ਤੇ ਤੁਰਨ ਦਾ ਉਪਦੇਸ਼ ਦਿਓ। ਕੱਲ ਆਪਾਂ ਪ੍ਰਸੰਗ ਸ਼ਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਨਾਰਸ ਵਿਖੇ ਹਨ। ਬਨਾਰਸ ਜਿਹਨੂੰ ਕੰਸੀ ਵੀ ਕਿਹਾ ਜਾਂਦਾ ਹੈ। ਇਸ ਧਰਤੀ ਤੇ ਕੰਸੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਪਹੁੰਚੇ, ਇੱਥੋਂ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਪੰਡਤ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਬਾਰੇ ਸੁਣਿਆ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ। ਬੜੇ ਪ੍ਰੇਮ ਦੇ ਨਾਲ ਕਹਿਣ ਲੱਗੇ ਜੀ ਅਸੀਂ ਬਹੁਤ ਸਾਰੇ ਵੇਦਾਂ ਸ਼ਾਸਤਰਾਂ ਦਾ ਪਾਠ ਕਰਦੇ ਹਾਂ, ਕਥਾ ਵੀ ਕਰਦੇ ਹਾਂ, ਧਰਮ ਦੇ ਕਰਮ ਵੀ ਕਰਦੇ ਹਾਂ, ਪਰ ਜੇ ਸੱਚ ਪੁੱਛੋ ਤਾਂ ਸਾਡੇ ਮਨ ਵਿੱਚ ਸ਼ਾਂਤੀ ਕੋਈ ਨਹੀਂ, ਸਾਡੇ ਮਨ ਵਿੱਚ ਟਿਕਾਓ ਕੋਈ ਨਹੀਂ ਹੈ। ਕਿਰਪਾ ਕਰੋ ਸਾਨੂੰ ਮੱਤ ਦੇ ਕੇ ਸਮਝਾਓ ਕਿ ਅਸੀਂ ਧਰਮ ਦੇ ਕੰਮ ਵੀ ਕਰ ਰਹੇ ਹਾਂ ਪਰ ਸ਼ਾਂਤੀ ਕਿਉਂ ਨਹੀਂ ਆ ਰਹੀ, ਟਿਕਾ ਕਿਉਂ ਨਹੀਂ ਆ ਰਿਹਾ। ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਪਿਆਰਿਓ ਮਨ ਵਿੱਚ ਸ਼ਾਂਤੀ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਜੋ ਤੁਸੀਂ ਪੜ੍ਹ ਰਹੇ ਹੋ, ਜੋ ਤੁਸੀਂ ਕਥਾ ਵਿਖਿਆਨ ਕਰ ਰਹੇ ਹੋ, ਜੋ ਗਾ ਰਹੇ ਹੋ, ਇਹ ਸਾਰਾ ਕੁਝ ਲੋਕ ਦਿਖਾਵੇ ਵਾਸਤੇ ਹੈ। ਤੁਹਾਡੇ ਅੰਦਰ ਲਾਲਸਾਵਾਂ ਵਧੀਆਂ ਹੋਈਆਂ ਨੇ, ਤੁਹਾਡੇ ਅੰਦਰ ਤ੍ਰਿਸ਼ਨਾ ਵਧੀ ਹੋਈ ਹੈ, ਲਾਲਚ ਵਧਿਆ ਹੋਇਆ ਹੈ ਤੇ ਰੱਬ ਦੇ ਪ੍ਰੇਮ ਦੀਆਂ ਗੱਲਾਂ ਤੁਸੀਂ ਮੁਖ ਨਾਲ ਕਰਦੇ ਤਾਂ ਹੋ ਪਰ ਤੁਹਾਡੇ ਅੰਦਰ ਮਾਲਕ ਦੇ ਪ੍ਰੇਮ ਦੀ ਕੋਈ ਗੱਲ ਹੈ ਨਹੀਂ। ਤੇ ਸਤਿਗੁਰਾਂ ਨੇ ਫਿਰ ਸ਼ਬਦ ਵੀ ਉਚਾਰਿਆ, ਲਬ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸਕਸ ਆਪ ਸਲਾਹਣ ਆਏ ਕਰਮ ਮੇਰੇ ਕਰਤਾਰ। ਹਜੂਰ ਨੇ ਸਾਡੇ ਅੰਦਰਲੀ ਸਾਰੀ ਹਾਲਾਤ ਬਿਆਨ ਕਰ ਦਿੱਤੇ ਕਿ ਬੰਦਾ ਬਾਹਰੋਂ ਧਰਮੀ ਬਣਨ ਦਾ ਦਿਖਾਵਾ ਕਰਦਾ ਹੈ ਪਰ ਅੰਦਰ ਕਿੰਨੀਆਂ ਨੀਚ ਵਿਰਤੀਆਂ ਬੰਦੇ ਦੇ ਬੈਠੀਆਂ ਨੇ ਜਿਹੜੀਆਂ ਬੰਦੇ ਦੇ ਮਨ ਨੂੰ ਟਿਕਣ ਨਹੀਂ ਦਿੰਦੀਆਂ। ਬਾਹਰ ਬੰਦਾ ਸਮਾਜ ਵਿੱਚ ਜਾਤ ਪਾਤ ਦੇ ਨਾਮ ਤੇ ਊਚ ਨੀਚ ਤੇ ਭੇਦਭਾਵ ਕਰਦਾ ਹੈ ਪਰ ਅੰਦਰ ਜਿਹੜੀ ਨੀਚ ਜਾਤ ਆਪਣੀ ਹੈ, ਭੈੜੇ ਕਰਮ ਜਿਹੜੇ ਆਪਣੇ ਹਨ ਉਹਨਾਂ ਦਾ ਧਿਆਨ ਬੰਦਾ ਨਹੀਂ ਧਰਦਾ। ਤੇ ਸਾਹਿਬ ਨੇ ਵੀ ਸ਼ਬਦ ਰਾਹੀਂ ਸਮਝਾਇਆ ਕਿ ਬੰਦੇ ਨੂੰ ਚਸਕੇ ਬਹੁਤ ਹਨ, ਤਰ੍ਹਾਂ ਤਰ੍ਹਾਂ ਦੇ ਚਸਕਿਆਂ ਦਾ ਬੰਦਾ ਗੁਲਾਮ ਹੈ।
ਤੇ ਜਿੱਥੇ ਬੇਅੰਤ ਚਸਕੇ ਬੰਦੇ ਨੂੰ ਬੇਅੰਤ ਸਵਾਦ ਲੱਗੇ ਹੋਏ ਨੇ, ਉੱਥੇ ਰੱਬ ਦੇ ਨਾਮ ਦਾ ਸਵਾਦ ਕਿੱਥੋਂ ਆਵੇ। ਭਾਈ ਗੁਰਦਾਸ ਜੀ ਨੇ ਇੱਕ ਬੜੇ ਪਿਆਰੇ ਵਚਨ ਆਪਣੀ ਰਚਨਾ ਦੇ ਵਿੱਚ ਕਹੇ ਨੇ। ਉਹ ਕਹਿੰਦੇ ਜਿਹੜੀ ਕੀੜੀ ਹੈ, ਕੀੜੀ ਨੂੰ ਮਿੱਠਾ ਬੜਾ ਪਸੰਦ ਹੈ। ਆਪਾਂ ਵੇਖਦੇ ਹਾਂ ਜਿਹੜੀਆਂ ਕੀੜੀਆਂ ਨੇ, ਅਸੀਂ ਕੀੜੀ ਕਹਿ ਦਿੰਦੇ ਹਾਂ, ਕਈ ਹਿੰਦੀ ਵਿੱਚ ਉਹਨੂੰ ਚੀਟੀ ਕਹਿ ਦਿੰਦੇ ਹਨ। ਜਿੱਥੇ ਮਰਜ਼ੀ ਅਸੀਂ ਮਿੱਠਾ ਰੱਖ ਦਈਏ, ਉੱਥੇ ਹੀ ਉਹ ਕੀੜੀਆਂ ਪਹੁੰਚ ਜਾਂਦੀਆਂ ਨੇ। ਹੁਣ ਕਹਿੰਦੇ ਇੱਕ ਕੀੜੀਆਂ ਨੇ, ਕੀੜੀਆਂ ਦਾ ਇੱਕ ਬਹੁਤ ਵੱਡਾ ਇੱਕ ਇਕੱਠ ਹੈ। ਉਹ ਖੰਡ ਦੀ ਭਾਲ ਵਿੱਚ ਤੁਰੀਆਂ ਨੇ। ਇੱਕ ਜਗ੍ਹਾ ਤੇ ਉਹਨਾਂ ਨੂੰ ਖੰਡ ਮਿਲੀ ਤੇ ਖੰਡ ਖਾ ਕੇ ਉਹਨਾਂ ਨੂੰ ਬੜੀ ਸਵਾਦ ਲੱਗੀ ਤੇ ਖੰਡ ਖਾ ਕੇ ਬੜਾ ਆਨੰਦ ਆਇਆ ਤੇ ਉਹਨਾਂ ਨੇ ਉਸ ਦਿਨ ਖੰਡ ਖਾ ਲਈ। ਤੇ ਦੂਸਰੇ ਦਿਨ ਕੀ ਹੋਇਆ, ਦੁਬਾਰਾ ਜਿਸ ਵੇਲੇ ਆ ਕੇ ਖੰਡ ਨੂੰ ਖਾਣ ਲੱਗੀਆਂ, ਅੱਜ ਉਹ ਸਵਾਦ ਨਾ ਆਵੇ। ਤੇ ਜਿਸ ਵੇਲੇ ਸਵਾਦ ਨਾ ਆਵੇ, ਉਹਨਾਂ ਨੇ ਜਿਹੜੀ ਉਹਨਾਂ ਦੀ ਮੁਖੀ ਕੀੜੀ ਸੀ ਉਹਨੂੰ ਪੁੱਛਣਾ ਕੀਤਾ, ਅੱਜ ਇਹ ਖੰਡ ਵਿੱਚੋਂ ਸਵਾਦ ਕਿਉਂ ਨਹੀਂ ਆ ਰਿਹਾ। ਉਸ ਕੀੜੀ ਨੇ ਸੋਚਿਆ ਤੇ ਉਹਨੇ ਕਿਹਾ, ਅਸੀਂ ਇਹ ਖੰਡ ਖਾਣ ਤੋਂ ਪਹਿਲਾਂ ਲਿੱਧ ਖਾ ਕੇ ਆਏ ਹਾਂ। ਲਿੱਧ ਖਾਣ ਦੇ ਕਰਕੇ ਸਾਡੇ ਮੂੰਹ ਦਾ ਸਵਾਦ ਵਿਗੜਿਆ ਪਿਆ, ਇਸ ਕਰਕੇ ਸਾਨੂੰ ਖੰਡ ਦਾ ਵੀ ਕੋਈ ਸਵਾਦ ਨਹੀਂ ਆ ਰਿਹਾ। ਸਰਦਾਰ ਕੀੜੀ ਨੇ ਕਿਹਾ, ਜੇ ਖੰਡ ਦਾ ਸਵਾਦ ਮੰਨਣਾ ਹੈ, ਇਸ ਰਸ ਨੂੰ ਮੰਨਣਾ ਹੈ, ਪਹਿਲਾਂ ਆਪਣੇ ਮੂੰਹ ਨੂੰ ਸਵਾਰਨਾ ਪਏਗਾ, ਮੂੰਹ ਧੋਣਾ ਪਏਗਾ। ਮੂੰਹ ਸਾਫ਼ ਕਰਕੇ ਆਵਾਂਗੀਆਂ, ਫਿਰ ਖੰਡ ਖਾਵਾਂਗੀਆਂ, ਫਿਰ ਖੰਡ ਦਾ ਸਵਾਦ ਆਏ। ਜਦੋਂ ਮੂੰਹ ਸਵਾਰ ਕੇ ਉਹਨਾਂ ਨੇ ਮੂੰਹ ਧੋ ਕੇ ਜਿਸ ਵੇਲੇ ਖੰਡ ਨੂੰ ਖਾਧਾ, ਫਿਰ ਉਹਨਾਂ ਨੂੰ ਸਵਾਦ ਆਇਆ। ਭਾਈ ਗੁਰਦਾਸ ਜੀ ਨੇ ਕੀੜੀ ਦੀ ਉਦਾਹਰਨ ਦੇ ਕੇ ਸਾਨੂੰ ਮਨੁੱਖਾਂ ਨੂੰ ਸਮਝਾਇਆ। ਕਹਿਣ ਲੱਗੇ, ਬੰਦਾ ਕਹਿੰਦਾ ਜੀ ਨਾਮ ਦਾ ਸਵਾਦ ਨਹੀਂ ਆਉਂਦਾ, ਮੈਨੂੰ ਵਾਹਿਗੁਰੂ ਦੇ ਸਿਮਰਨ ਵਿੱਚੋਂ ਆਨੰਦ ਨਹੀਂ ਆਉਂਦਾ, ਮੈਨੂੰ ਬਾਣੀ ਪੜ੍ਹਨ ਵਿੱਚੋਂ ਆਨੰਦ ਨਹੀਂ ਆਉਂਦਾ। ਕਿਉਂ? ਕਿਉਂਕਿ ਵਿਕਾਰਾਂ ਦੀ ਗੰਦਗੀ ਬੰਦਾ ਖਾ ਕੇ ਆਉਂਦਾ, ਭੈੜੇ ਕਰਮ ਬੰਦਾ ਕਮਾ ਕੇ ਫਿਰ ਆਉਂਦਾ ਹੈ। ਮਾੜੇ ਕਰਮ ਕਰਕੇ ਜੇ ਬੰਦਾ ਬਾਣੀ ਪੜ੍ਹਨ ਬੈਠੇਗਾ, ਉਹਦਾ ਧਿਆਨ ਨਹੀਂ ਲੱਗਦਾ, ਉਹਨੂੰ ਬਾਣੀ ਵਿੱਚੋਂ ਆਨੰਦ ਨਹੀਂ ਆਉਂਦਾ। ਉਹਦੇ ਵਾਸਤੇ ਪਹਿਲਾਂ ਮੂੰਹ ਸਵਾਰਨਾ ਪਏਗਾ, ਭਾਵ ਕਿ ਮਾੜੇ ਕਰਮਾਂ ਦਾ ਤਿਆਗ ਕਰਨਾ ਪਏਗਾ, ਵਿਕਾਰਾਂ ਦੀ ਗੰਦਗੀ ਛੱਡਣੀ ਪਏਗੀ। ਜਦੋਂ ਪ੍ਰੇਮ ਸਹਿਤ ਆ ਕੇ ਆਪਣੇ ਆਪੇ ਨੂੰ ਸਵਾਰ ਕੇ ਭੈੜੇ ਕਰਮਾਂ ਨੂੰ ਤਿਆਗ ਕੇ ਬੈਠ ਕੇ ਮਾਲਕ ਦੀ ਬਾਣੀ ਨੂੰ ਪੜਾਂਗੇ, ਫਿਰ ਬਾਣੀ ਵਿੱਚੋਂ ਵੀ ਆਨੰਦ ਆਏਗਾ। ਤੇ ਗੁਰੂ ਸਾਹਿਬ ਜੀ ਨੇ ਇੱਥੇ ਇਹੀ ਮੱਤ ਦਿੱਤੀ। ਕਹਿਣ ਲੱਗੇ, ਪਿਆਰਿਓ, ਜੇ ਜੀਵਨ ਵਿੱਚ ਭੈੜੇ ਵਿਕਾਰ ਘੇਰਾ ਪਾ ਕੇ ਬੈਠੇ ਨੇ, ਤੇ ਫਿਰ ਭਾਵੇਂ ਰਸਨਾ ਨਾਲ ਭਾਵੇਂ ਤੁਸੀਂ ਕੁਝ ਵੀ ਪੜ੍ਹੀ ਜਾਓ, ਫਿਰ ਰਸਨਾ ਨਾਲ ਪੜ੍ਹਿਆ ਜੀਵਨ ਵਿੱਚ ਕੋਈ ਆਨੰਦ ਨਹੀਂ ਆਉਣਾ। ਤੇ ਸਤਿਗੁਰਾਂ ਨੇ ਨਾਲ ਹੀ ਇਹ ਮੱਤ ਵੀ ਦੇ ਕੇ ਸਮਝਾਈ ਕਿ ਅਸਲ ਵਿੱਚ ਸੂਰਮਾ ਉਹ ਹੈ ਜਿਹੜਾ ਮਨੁੱਖ ਅੰਦਰੋਂ ਆਪਣੇ ਮਨ ਦੇ ਨਾਲ, ਵਿਕਾਰਾਂ ਨਾਲ ਲੜਦਾ ਹੈ, ਗੁਰੂ ਕੇ ਸ਼ਬਦ ਦਾ ਆਸਰਾ ਲੈ ਕੇ ਆਪਣੇ ਜੀਵਨ ਵਿੱਚ ਗਿਆਨ ਦੇ ਨਾਲ ਜੀਵਨ ਨੂੰ ਸਵਾਰਦਾ ਹੈ। ਜਦੋਂ ਬਚਨ ਵਿਲਾਸ ਚੱਲ ਰਹੇ ਨੇ ਤਾਂ ਉਹਨਾਂ ਪੰਡਤਾਂ ਨੇ ਕਿਹਾ, ਜੀ ਤੁਸੀਂ ਜਿਸ ਧਰਤੀ ਤੇ ਅੱਜ ਆਏ ਹੋ, ਇਹ ਧਰਤੀ ਬੜੀ ਭਾਗਾਂ ਵਾਲੀ ਹੈ। ਸਤਿਗੁਰਾਂ ਪੁੱਛਿਆ, ਉਹ ਕਿਵੇਂ? ਕਹਿਣ ਲੱਗੇ, ਜੀ ਜਿਹੜਾ ਇਸ ਧਰਤੀ ਤੇ ਆ ਕੇ ਮਰਦਾ ਹੈ, ਉਹ ਸਵਰਗਾਂ ਨੂੰ ਜਾਂਦਾ, ਇੱਥੇ ਇਸ ਧਰਤੀ ਨੂੰ ਵਰ ਹੈ। ਗੁਰੂ ਸਾਹਿਬ ਕਹਿਣ ਲੱਗੇ, ਵੀ ਭੁਲੇਖਾ ਹੈ ਤੁਹਾਡਾ। ਜੇ ਬੰਦੇ ਦੇ ਅੰਦਰ ਪ੍ਰਮਾਤਮਾ ਜੀ ਦਾ ਨਾਮ ਹੈ, ਤਾਂ ਬੰਦਾ ਸਵਰਗਾਂ ਨੂੰ ਜਾਏਗਾ, ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਭੇਦ ਹੋਏਗਾ। ਜਿਸ ਬੰਦੇ ਦੇ ਅੰਦਰ ਰੱਬ ਦਾ ਨਾਮ ਹੈ, ਉਹਦੀ ਮੌਤ ਭਾਵੇਂ ਕਿਸੇ ਵੀ ਧਰਤੀ ਤੇ ਹੋ ਜਾਏ, ਉਹ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ ਹੈ। ਪਰ ਜੇ ਬੰਦੇ ਦੇ ਅੰਦਰ ਨਾਮ ਨਹੀਂ, ਤੇ ਫਿਰ ਭਾਵੇਂ ਆ ਕਿਸੇ ਪੁਰੀ ਵਿੱਚ, ਕਾਂਸੀ ਵਿੱਚ ਆ ਕੇ ਮਰੇ, ਚਾਹੇ ਕਿਤੇ ਹੋਰ ਜਾ ਕੇ ਮਰੇ, ਉਹਨੇ ਕਿਤੇ ਵੀ ਵਿਕੁੰਠ ਨੂੰ ਨਹੀਂ ਜਾਣਾ। ਕਿਉਂਕਿ ਜਿਵੇਂ ਗੁਰੂ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਜ਼ਿਕਰ ਕੀਤਾ ਹੈ, ਕਹਿੰਦੇ, ਜੈਸੇ ਮੇਂਢਕ ਤੈਸੇ ਉਏ ਨਰ, ਫਿਰ ਜੋਨੀ ਪਾਵੈ। ਕਹਿੰਦੇ ਜਿਸ ਵੇਲੇ ਮੇਢਕ ਜਿਹੜਾ ਹੈ, ਮੇਢਕ ਕਿਉਂਕਿ ਜਲ ਵਿੱਚ ਰਹਿੰਦਾ ਹੈ, ਪਾਣੀ ਵਿੱਚ ਰਹਿੰਦਾ ਹੈ, ਪਰ ਪਾਣੀ ਵਿੱਚ ਰਹਿੰਦਿਆਂ ਉਹਦਾ ਇਸ਼ਨਾਨ ਕਰੇ ਉਹਦੀ ਮੁਕਤੀ ਨਹੀਂ ਹੁੰਦੀ। ਉਸੇ ਤਰ੍ਹਾਂ ਹੀ ਸਾਖਤ ਮਨੁੱਖ ਜਿਹੜਾ ਹੈ, ਸਾਖਤ ਮਨੁੱਖ ਵੀ ਮੇਢਕ ਦੀ ਤਰ੍ਹਾਂ ਕਦੇ ਮੁਕਤ ਨਹੀਂ ਹੁੰਦਾ। ਹਰਿ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਣ ਤਰਾਈ। ਪਰ ਕਹਿੰਦੇ ਜੇ ਰੱਬ ਦਾ ਪਿਆਰਾ ਹੜੰਬੇ ਵਿੱਚ, ਭਾਵ ਕਿ ਮਗਹਰ ਵਿੱਚ ਜਾ ਕੇ ਵੀ ਉਹਦੀ ਮੌਤ ਹੋ ਜਾਏ,
ਉਹਦੀ ਤਾਂ ਸਾਰੀ ਕੁੱਲ ਤਰ ਜਾਂਦੀ ਹੈ। ਇਹ ਨਹੀਂ ਕਿ ਹੜੰਬੇ ਵਿੱਚ ਜਾ ਕੇ ਮੌਤ ਹੋਣ ਤੇ ਉਹਨੂੰ ਨਰਕ ਮਿਲਦਾ। ਕਿਉਂਕਿ ਬਾਬਾ ਕਬੀਰ ਜੀ ਨੇ ਕੱਲ ਵੀ ਆਪਾਂ ਵਿਚਾਰਿਆ ਸੀ, ਸਗਲ ਜਨਮ ਸੇ ਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ, ਬਹੁਤ ਵਰਸ ਤਪ ਕੀਆ ਕਾਸੀ, ਮਰਨ ਭਿਆ ਮਗਹਰ ਕੀ ਵਾਸੀ, ਕਾਛੀ ਮਗਹਰ ਸਮ ਵਿਚਾਰੀ। ਬਾਬਾ ਕਬੀਰ ਜੀ ਨੇ ਕਾਸ਼ੀ ਤੇ ਮਗਹਰ ਦੀ ਧਰਤੀ ਨੂੰ ਇੱਕੋ ਜਿਹਾ ਜਾਣਿਆ, ਕਿਉਂਕਿ ਉਹਨਾਂ ਨੇ ਭਰਮ ਤੋੜਿਆ, ਦੁਨੀਆ ਦਾ ਭਰਮ ਤੋੜਿਆ ਕਿ ਜੇ ਤੁਹਾਡੇ ਅੰਦਰ ਰੱਬ ਦਾ ਨਾਮ ਹੈ, ਤੁਹਾਡੀ ਮੌਤ ਕਿਤੇ ਵੀ ਹੋ ਜਾਏ, ਜਿੱਥੇ ਵੀ ਮੌਤ ਬੰਦੇ ਦੀ ਹੋ ਜਾਏ, ਉਹ ਮੁਕਤ ਹੋ ਸਕਦਾ ਹੈ। ਪਰ ਜੇ ਪ੍ਰਮਾਤਮਾ ਜੀ ਦਾ ਨਾਮ ਬੰਦੇ ਦੇ ਹਿਰਦੇ ਵਿੱਚ ਨਹੀਂ ਵਸਿਆ ਹੋਇਆ, ਫਿਰ ਭਾਵੇਂ ਭਾਈ ਉਹ ਜਾ ਕੇ ਕਾਂਸੀ ਵਿੱਚ ਬੈਠ ਜਾਏ ਜਾਂ ਹੋਰ ਤੀਰਥਾਂ ਤੇ ਜਾ ਕੇ ਬੈਠ ਜਾਏ, ਉਹਦਾ ਭਲਾ ਨਹੀਂ ਜ਼ਿੰਦਗੀ 'ਚ ਹੋਣਾ। ਅਸਲ ਵਿੱਚ ਰੱਬ ਦੇ ਨਾਮ ਨੇ ਭਲਾ ਕਰਨਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਆਓ ਆਪਾਂ ਪ੍ਰੇਮ ਸਹਿਤ ਜਿਹੜਾ ਅਗਲਾ ਪ੍ਰਸੰਗ ਹੈ ਉਹਨੂੰ ਵਿਚਾਰਨਾ ਕਰੀਏ ਜੀ। ਜਿਉ ਕਬੀਰ ਕਾਸੀ ਥਲ ਤਿਆਗਾ, ਮਗ ਮੈਂ ਬਸਾ ਨਾਮ ਅਨੁਰਾਗਾ। ਗੁਰੂ ਸਾਹਿਬ ਕਹਿੰਦੇ ਜਿਵੇਂ ਬਾਬਾ ਕਬੀਰ ਜੀਆਂ ਨੇ ਇਸ ਭਰਮ ਨੂੰ ਤੋੜਨ ਵਾਸਤੇ, ਕਿਉਂਕਿ ਉਹਨਾਂ ਅੰਦਰ ਕਿੰਨੀ ਵੱਡੀ ਸਮਰੱਥਾ ਸੀ ਗੁਰੂ ਪਿਆਰਿਓ। ਵੇਖੋ, ਜਿਹੜੀ ਸੰਸਾਰ ਵਿੱਚ ਕੋਈ ਰੀਤ ਚੱਲ ਰਹੀ ਹੋਵੇ, ਉਸ ਰੀਤ ਨੂੰ ਤੋੜਨਾ ਬੰਦੇ ਵਾਸਤੇ ਬੜਾ ਮੁਸ਼ਕਲ ਕਾਰਜ ਹੁੰਦਾ ਹੈ। ਪਰ ਭਗਤਾਂ ਨੇ ਉਹ ਸੰਸਾਰ ਦੀਆਂ ਰੀਤਾਂ ਨੂੰ ਤੋੜਿਆ, ਉਹ ਮਿੱਥਾਂ ਜਿਹੜੀਆਂ ਸਨ ਉਹਨਾਂ ਨੂੰ ਤੋੜ ਦਿੱਤਾ। ਬਾਬਾ ਕਬੀਰ ਜੀ ਨੇ ਤਾਂ ਬਹੁਤ ਤਿੱਖੇ ਸ਼ਬਦਾਂ ਵਿੱਚ ਚੈਲੰਜ ਕੀਤਾ ਹੈ ਮੌਕੇ ਦੇ ਇਸ ਸਿਸਟਮ ਨੂੰ। ਉਹ ਤਾਂ ਬ੍ਰਾਹਮਣ ਨੂੰ ਵੀ ਇਹ ਗੱਲ ਪੁੱਛਦੇ ਨੇ, ਜਦੋਂ ਬ੍ਰਾਹਮਣ ਕਹਿੰਦਾ ਮੈਂ ਬ੍ਰਾਹਮਣ ਹਾਂ ਤੇ ਤੂੰ ਸ਼ੂਦਰ ਹੈ। ਬਾਬਾ ਕਬੀਰ ਜੀ ਕਹਿੰਦੇ ਮੈਨੂੰ ਇਹ ਦੱਸ, ਤੇਰੇ ਵਿੱਚ, ਤੇਰੀਆਂ ਨਾੜਾਂ ਵਿੱਚ ਕਿਹੜਾ ਦੁੱਧ ਚੱਲਦਾ ਹੈ? ਮੇਰੇ ਅੰਦਰ ਵੀ ਲਹੂ ਹੈ ਤੇ ਤੇਰੇ ਅੰਦਰ ਵੀ ਲਹੂ ਹੈ। ਤੇਰੇ ਅੰਦਰ ਵੀ ਲਾਲ ਰੰਗ ਦਾ ਲਹੂ ਹੈ, ਮੇਰੇ ਅੰਦਰ ਵੀ ਉਹੀ ਲਹੂ ਹੈ। ਜਿਸ ਤਰੀਕੇ ਤੇਰਾ ਜਨਮ ਹੋਇਆ, ਉਸੇ ਤਰੀਕੇ ਮੇਰਾ ਜਨਮ ਹੋਇਆ। ਕਹਿੰਦੇ ਜੇ ਤੂੰ ਵੱਖਰਾ ਹੈ, ਬ੍ਰਾਹਮਣ ਨੂੰ ਕਹਿੰਦੇ, ਤਾਂ ਤੇਰੇ ਜਨਮ ਲੈਣ ਦਾ ਤਰੀਕਾ ਵੀ ਵੱਖਰਾ ਚਾਹੀਦਾ ਸੀ। ਜੋ ਤਾਂ ਬ੍ਰਾਹਮਣੀ ਜਾਇਆ, ਤਾਂ ਆਨ ਵਾਟ ਕਾਹੇ ਨਹੀਂ ਆਇਆ। ਤੇਰਾ ਤਰੀਕਾ ਹੋਰ ਕਿਉਂ ਨਹੀਂ ਸੀ ਜਨਮ ਲੈਣ ਦਾ? ਜਿਵੇਂ ਆਮ ਹਰੇਕ ਸੰਸਾਰ ਦੀ ਜੀਵ ਜਨਮ ਲੈਂਦਾ, ਉਵੇਂ ਤੇਰਾ ਜਨਮ ਹੋਇਆ। ਤੇ ਬਾਬਾ ਕਬੀਰ ਜੀ ਕਹਿੰਦੇ ਉਹ ਵੀ ਮੇਰਾ ਹੋਇਆ। ਫਿਰ ਇਹ ਦੱਸ, ਤੂੰ ਬ੍ਰਾਹਮਣ ਕਿਵੇਂ ਹੋ ਗਿਆ ਤੇ ਮੈਂ ਸ਼ੂਦਰ ਕਿਵੇਂ ਹੋ ਗਿਆ? ਇਸ ਤਰ੍ਹਾਂ ਉਹਨਾਂ ਨੇ ਚੈਲੰਜ ਕੀਤਾ ਮੌਕੇ ਦਾ ਜਿਹੜਾ ਸਿਸਟਮ ਚੱਲ ਰਿਹਾ ਸੀ। ਹੁਣ ਇਸ ਭਰਮ ਨੂੰ ਵੀ ਬਾਬਾ ਕਬੀਰ ਜੀ ਨੇ ਤੋੜਿਆ। ਸਾਰੀ ਦੁਨੀਆ ਕਹਿੰਦੀ ਸੀ ਜਿਹੜਾ ਮਗਹਰ ਜਾ ਕੇ ਮਰੇਗਾ, ਮਗਹਰ ਦੀ ਧਰਤੀ, ਕਿਉਂਕਿ ਮਗਹਰ ਅੱਜ ਸ਼ਹਿਰ ਹੈ ਇੱਕ, ਕਹਿੰਦੇ ਜਿਹੜਾ ਮਗਹਰ ਸ਼ਹਿਰ ਵਿੱਚ ਜਾ ਕੇ ਮਰੇਗਾ ਉਹ ਜਾ ਕੇ ਨਰਕਾਂ 'ਚ ਪਵੇਗਾ। ਬਾਬਾ ਕਬੀਰ ਜੀ ਕਹਿੰਦੇ ਮੈਂ ਚੱਲਿਆ। ਸਾਰੀ ਜ਼ਿੰਦਗੀ ਕਾਂਸੀ ਵਿਖੇ ਰਹੇ, ਮਰਨ ਵੇਲੇ ਪਾਵ ਕੇ ਅਖੀਰਲਾ ਸਮਾ ਕੇ ਮਗਹਰ ਦੀ ਧਰਤੀ ਤੇ ਵਸ ਗਏ। ਉੱਥੇ ਬੰਦਗੀ ਕੀਤੀ, ਭਗਤੀ ਕੀਤੀ ਤੇ ਸੰਸਾਰ ਨੂੰ ਇਹ ਉਪਦੇਸ਼ ਦਿੱਤਾ ਕਿ ਭਲਿਓ ਜੀ, ਤੁਹਾਡਾ ਰੱਬ ਨਾਲ ਪ੍ਰੇਮ ਹੈ ਤਾਂ ਧਰਤੀ ਨਹੀਂ ਫਰਕ ਕਰਦੀ। ਜੇ ਰੱਬ ਨਾਲ ਪ੍ਰੇਮ ਹੈ, ਕਿਤੇ ਵੀ ਪ੍ਰੇਮ ਹੈ, ਜਿੱਥੇ ਵੀ ਤੁਹਾਡੀ ਸੁਰਤ ਜੁੜੀਏ, ਤੁਹਾਡਾ ਭਲਾ ਹੋ ਜਾਣਾ ਹੈ। ਸਤ ਸੰਗਤ ਹਵੈ ਰਹੀ ਤਹਾਹੀ, ਭਏ ਮੋਖ ਤਜ ਦੇਹ ਉਹਾਹੀ। ਗੁਰੂ ਸਾਹਿਬ ਕਹਿਣ ਲੱਗੇ, ਪੰਡਤ ਜਨੋ, ਇਹ ਭਾਈ ਤੁਹਾਡਾ ਭੁਲੇਖਾ ਹੈ। ਕਿਉਂਕਿ ਬਾਬਾ ਕਬੀਰ ਜੀਆਂ ਨੇ ਮਗਹਰ ਦੀ ਧਰਤੀ ਤੇ, ਹੜੰਬੇ ਦੀ ਧਰਤੀ ਤੇ ਜਾ ਕੇ ਬੰਦਗੀ ਕੀਤੀ। ਉੱਥੇ ਹੀ ਉਹਨਾਂ ਨੇ ਆਪਣਾ ਸਰੀਰ ਤਿਆਗਿਆ ਤੇ ਉਹਨਾਂ ਨੂੰ ਸਦਾ ਵਾਸਤੇ ਮੁਕਤੀ ਵੀ ਮਿਲੀ ਹੈ। ਜਾਨੋ ਏਕ ਮੋਖ ਕੋ ਦਾਤਾ, ਸਤਨਾਮ ਸਭ ਜਗ ਬਖਿਆਤਾ। ਹਜ਼ੂਰ ਗੁਰੂ ਨਾਨਕ ਬਾਬਾ ਜੀ ਕਹਿੰਦੇ ਨੇ, ਪਿਆਰਿਓ, ਮੁਕਤੀ ਦਾ ਦਾਤਾ ਪ੍ਰਮਾਤਮਾ ਇੱਕੋ ਹੀ ਹੈ। ਤੇ ਜੇ ਸਾਰੀ ਕਾਇਨਾਤ ਦਾ ਮਾਲਕ ਇੱਕੋ ਹੀ ਹੈ, ਜੇ ਉਹਨੂੰ ਜਪਾਂਗੇ, ਕਿਤੇ ਵੀ ਬੈਠ ਕੇ ਕੋਈ ਜਪਦਾ ਹੈ, ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਸੰਸਾਰ ਦੇ ਵਿਕਾਰਾਂ ਤੋਂ, ਭੈੜੇ ਕਰਮਾਂ ਤੋਂ ਮੁਕਤ ਹੋ ਜਾਂਦਾ ਹੈ। ਔਰ ਕਿਛੂ ਤੇ ਮੋਖ ਨਾ ਹੋਈ, ਕੋਟ ਭਾਵ ਕਰੇ ਜੇ ਕੋਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਇਹ ਪੰਡਤ ਜਨੋ, ਬਾਕੀ ਹੋਰ ਕਿਸੇ ਤਰੀਕੇ ਬੰਦੇ ਦੀ ਮੁਕਤੀ ਨਹੀਂ ਹੁੰਦੀ। ਬੰਦਾ ਭਰਮਾਂ ਵਿੱਚੋਂ ਨਹੀਂ ਨਿਕਲ ਸਕਦਾ। ਪਰਮਾਤਮਾ ਜੀ ਦੇ ਨਾਮ ਨਾਲ ਜੁੜ ਕੇ, ਵਾਹਿਗੁਰੂ ਤੇ ਭਰੋਸਾ ਰੱਖ ਕੇ ਬੰਦਾ ਮੁਕਤ ਹੁੰਦਾ ਹੈ। ਹੋਰ ਭਾਵੇਂ ਕਰੋੜਾਂ ਹੀ ਉਪਾਅ ਬੰਦਾ ਕਰ ਲਵੇ, ਬੰਦਾ ਕਦੇ ਮੁਕਤ ਨਹੀਂ ਹੋ ਸਕਦਾ। ਦੋਹਰਾ
सुन कर पंडित कहत पे, है अनेक हर नाम। कौन नाम है मुक्त दा, सो कहिए अविराम। ਹੁਣ ਉਹਨਾਂ ਨੇ ਜਿਹੜੇ ਪੰਡਿਤ ਹਨ ਬਨਾਰਸ ਦੇ ਕੰਸੀ ਦੇ, ਉਹਨਾਂ ਨੇ ਅਗਲਾ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤਾ। ਕਹਿਣ ਲੱਗੇ ਜੀ ਤੁਸੀਂ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਹੋ, ਰੱਬ ਦਾ ਨਾਮ ਜਪੋ, ਸਤਨਾਮ ਦਾ ਜਾਪ ਕਰੋ। ਕਹਿਣ ਲੱਗੇ ਸਾਨੂੰ ਇਹ ਦੱਸੋ, ਰੱਬ ਦੇ ਤਾਂ ਨਾਮ ਬਹੁਤ ਨੇ, ਕੋਈ ਰੱਬ ਨੂੰ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਇੰਨੇ ਜ਼ਿਆਦਾ ਰੱਬ ਦੇ ਨਾਮ ਨੇ। ਤੇ ਪੰਡਿਤ ਕਹਿੰਦੇ ਸਾਨੂੰ ਇਹ ਦੱਸੋ ਕਿਹੜਾ ਨਾਮ ਜਪਿਆ ਬੰਦੇ ਦੀ ਮੁਕਤੀ ਹੁੰਦੀ ਹੈ, ਰੱਬ ਦਾ ਕਿਹੜਾ ਨਾਮ ਜ਼ਿਆਦਾ ਤਾਕਤ ਵਾਲਾ ਹੈ, ਕਿਹਦੇ ਵਿੱਚ ਜ਼ਿਆਦਾ ਸ਼ਕਤੀ ਹੈ, ਕਿਹੜਾ ਨਾਮ ਜਪਿਆ ਬੰਦੇ ਦਾ ਭਲਾ ਹੋਣਾ ਹੈ। ਕੌਣ ਨਾਮ ਹੈ ਮੁਕਤ ਦਾ, ਸੋ ਕਹੀਏ ਅਵਿਰਾਮ। ਕਿਸ ਨਾਮ ਨੂੰ ਜਪ ਕੇ ਬੰਦੇ ਦੀ ਜੀਵਨ ਵਿੱਚ ਮੁਕਤੀ ਹੋ ਸਕਦੀ, ਉਹ ਨਾਮ ਬਾਰੇ ਦੱਸੋ। ਚੌਪਈ ਸ੍ਰੀ ਨਾਨਕ ਪੁਣ ਬਹਿਣ ਉਚਾਰੇ, ਜੋ ਨੌਕਾ ਸਭ ਪਾਰ ਉਤਾਰੇ। ਗੁਰੂ ਸਾਹਿਬ ਕਹਿਣ ਲੱਗੇ ਪਿਆਰਿਓ, ਕਿਤੇ ਤੁਸੀਂ ਪਾਣੀ ਵਿੱਚ ਸਫ਼ਰ ਕੀਤਾ ਹੈ, ਕਿਸੇ ਪਾਣੀ ਵਾਲੇ ਜਹਾਜ਼ ਵਿੱਚ, ਕਿਸੇ ਕਿਸ਼ਤੀ ਵਿੱਚ, ਕਿਸੇ ਬੇੜੀ ਵਿੱਚ ਕਿਤੇ ਸਫ਼ਰ ਕੀਤਾ ਹੋਵੇ। ਉਹਨਾਂ ਕਿਹਾ ਹਾਂ ਜੀ, ਪਾਣੀ ਵਾਲੀ ਕਿਸ਼ਤੀ ਵਿੱਚ ਅਸੀਂ ਸਫ਼ਰ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਸ਼ਤੀ ਇੱਕੋ ਹੀ ਹੁੰਦੀ ਹੈ, ਉਹਦੇ ਵਿੱਚ ਕੋਈ ਵੀ ਬੈਠ ਜਾਵੇ। ਜਿਹੜਾ ਵੀ ਮਨੁੱਖ ਕਿਸ਼ਤੀ ਵਿੱਚ ਬੈਠ ਜਾਂਦਾ ਹੈ, ਪਾਣੀ ਵਾਲੇ ਜਹਾਜ਼ ਵਿੱਚ ਬੈਠ ਜਾਂਦਾ ਹੈ, ਉਹ ਪਾਰ ਉਤਰ ਜਾਂਦਾ ਹੈ, ਦੂਸਰੇ ਕਿਨਾਰੇ ਤੇ ਚਲਾ ਜਾਂਦਾ ਹੈ। ਪੁਣ ਜੇ ਨੌਕਾ ਪਰ ਚੜ੍ਹ ਕੋ, ਤਿਹ ਕੋ ਪਾਰ ਉਤਾਰੈ ਸੋ। ਅਸਲ ਵਿੱਚ ਇਹ ਨਹੀਂ ਵੇਖਿਆ ਜਾਂਦਾ ਇਹ ਕਿਸ਼ਤੀ ਕਿਸ ਦੀ ਹੈ, ਕਿਵੇਂ ਦੀ ਹੈ। ਇਹ ਵੇਖਿਆ ਜਾਂਦਾ ਹੈ ਕਿਸ਼ਤੀ ਪਾਰ ਉਤਾਰਨ ਦੇ ਯੋਗ ਹੈ, ਤੇ ਜਿਹੜਾ ਮਨੁੱਖ ਉਸ ਕਿਸ਼ਤੀ ਵਿੱਚ ਸਫ਼ਰ ਕਰਦਾ ਹੈ ਉਹ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚ ਜਾਂਦਾ ਹੈ। ਉਸੇ ਤਰ੍ਹਾਂ ਹੀ ਤਿਸ ਹੀ ਸੰਗ ਤਾਹੇ ਕੋ ਕਾਮੋ, ਉਤਰੇ ਪਾਰ ਪਾਏ ਸੁਖ ਧਾਮੋ। ਜਿਹੜਾ ਵੀ ਮਨੁੱਖ ਕਿਸ਼ਤੀ ਵਿੱਚ ਸਵਾਰ ਹੋ ਜਾਏ ਉਹ ਦੂਸਰੇ ਕਿਨਾਰੇ ਪਹੁੰਚ ਜਾਏਗਾ। ਇਹ ਨਹੀਂ ਵੇਖਿਆ ਜਾਏਗਾ ਉਹ ਭਾਸ਼ਾ ਕਿਹੜੀ ਬੋਲਦਾ ਸੀ, ਇਹ ਨਹੀਂ ਵੇਖਿਆ ਜਾਏਗਾ ਉਹ ਹੈ ਕਿਹੜੇ ਇਲਾਕੇ ਦਾ ਸੀ, ਉਹ ਕਿਸ ਰੰਗ ਦਾ ਸੀ, ਕਿਸ ਤਰ੍ਹਾਂ ਦੀ ਉਹਦਾ ਪਹਿਰਾਵਾ ਸੀ, ਸਾਰਾ ਕੁਝ ਮਾਇਨੇ ਨਹੀਂ ਰੱਖਦਾ। ਜਿਹੜਾ ਮਨੁੱਖ ਵੀ ਕਿਸ਼ਤੀ ਵਿੱਚ ਸਵਾਰੀ ਕਰੇਗਾ ਉਹ ਦੂਸਰੇ ਕਿਨਾਰੇ ਪਹੁੰਚ ਜਾਏਗਾ। ਤੇ ਸਤਿਗੁਰੂ ਕਹਿੰਦੇ ਤੈਸੇ ਗੁਰ ਜੋ ਨਾਮ ਬਤਾਏ, ਸੋ ਤਹਿ ਕੋ ਹੋਵਤ ਗਤ ਦਾਏ। ਸਤਿਗੁਰੂ ਕਹਿੰਦੇ ਪਿਆਰਿਓ, ਪ੍ਰਮਾਤਮਾ ਜੀ ਦੇ ਸਾਰੇ ਹੀ ਨਾਮ ਜਿਹੜੇ ਨੇ ਸਾਰੇ ਹੀ ਸੁਖਦਾਇਕ ਨੇ। ਕੋਈ ਵੀ ਨਾਮ ਪ੍ਰੇਮ ਨਾਲ ਜਪ ਲਿਆ ਜਾਵੇ। ਹੁਣ ਵੇਖੋ ਗੁਰੂ ਨਾਨਕ ਬਾਬਾ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰ, ਉਹਦਾ ਘੇਰਾ ਕਿੰਨਾ ਵਿਸ਼ਾਲ ਹੈ, ਕਿੰਨਾ ਖੁੱਲ੍ਹਾ ਦਿਲ ਹੈ ਗੁਰੂ ਸਾਹਿਬ ਜੀ ਦਾ। ਅੱਜ ਦੇ ਸਮੇਂ ਵਿੱਚ ਵੀ ਜਦੋਂ ਅੱਜ ਇੰਨਾ ਜ਼ਿਆਦਾ ਵਿਗਿਆਨਕ ਯੁੱਗ ਹੈ, ਅੱਜ ਜੇ ਕਿਸੇ ਤੁਸੀਂ ਮੁਸਲਮਾਨ ਵੀਰ ਨੂੰ ਕਹੋਗੇ ਕਿ ਰੱਬ ਤਾਂ ਇੱਕੋ ਹੀ ਹੈ, ਰੱਬ ਦੇ ਨਾਮ ਵੱਖੋ ਵੱਖਰੇ ਨੇ, ਤੂੰ ਅੱਲਾ ਦੀ ਬਜਾਏ ਰਾਮ ਕਹਿ, ਉਹ ਕਹਿੰਦਾ ਮੈਂ ਨਹੀਂ ਕਹਾਂਗਾ, ਮੇਰੇ ਵਾਸਤੇ ਖੁਦਾ ਦਾ ਨਾਮ ਅੱਲਾ ਹੀ ਹੈ, ਮੈਂ ਅੱਲਾ ਹੀ ਪੁਕਾਰਾਂਗਾ, ਮੈਂ ਹਿੰਦੂਆਂ ਵਾਲਾ ਨਾਮ ਕਿਉਂ ਲਵਾਂ। ਤੇ ਜੇ ਹਿੰਦੂ ਵੀਰ ਨੂੰ ਕਹੋ ਕਿ ਤੂੰ ਰੱਬ ਇੱਕੋ ਹੀ ਹੈ, ਪਰਮਾਤਮਾ ਜੀ ਇੱਕੋ ਹੀ ਨੇ, ਉਹਦਾ ਨਾਮ ਵੱਖੋ ਵੱਖਰੇ ਨੇ, ਤੂੰ ਰਾਮ ਦੀ ਬਜਾਏ ਜੇ ਉਹਨੂੰ ਅੱਲਾ ਕਹਿ ਦੇਵੇਂ, ਖੁਦਾ ਕਹਿ ਦੇਵੇਂ, ਕੋਈ ਫਰਕ ਨਹੀਂ ਪੈਣਾ। ਤੇ ਜਿਹੜਾ ਹਿੰਦੂ ਹੈ ਉਹ ਕਹਿੰਦਾ ਮੈਂ ਅੱਲਾ ਨਹੀਂ ਕਹਾਂਗਾ, ਮੈਂ ਰਾਮ ਹੀ ਜਪਾਂਗਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਪਰਮਾਤਮਾ ਜੀ ਦੇ ਨਾਮ ਬੇਅੰਤ ਨੇ। ਕੋਈ ਵੀ ਨਾਮ ਜਿਹੜਾ ਗੁਰੂ ਨੇ ਸਾਨੂੰ ਦੱਸਿਆ ਹੈ, ਜੇ ਅਸੀਂ ਪ੍ਰੇਮ ਨਾਲ ਜਪਾਂਗੇ, ਹਰੇਕ ਨਾਮ ਜਪਿਆ ਹੀ ਸਾਡਾ ਭਲਾ ਹੋਣਾ ਹੈ। ਹੁਣ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਹਿੰਦੂ ਨੂੰ ਕਹਿੰਦੇ ਨੇ ਤੂੰ ਜੇ ਰਾਮ ਰਾਮ ਜਪਦਾ ਜਪੀ ਚੱਲ, ਰਮੇ ਹੋਏ ਰਾਮ ਨੂੰ ਜਪ ਜਿਹੜਾ ਸਾਰੇ ਕਿਤੇ ਵਸਿਆ ਹੋਇਆ। ਗੁਰੂ ਕੀ ਬਾਣੀ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹ ਬਹੁਤ ਸੁੰਦਰ ਗੱਲ ਹੈ ਗੁਰੂ ਸਾਹਿਬ ਦੀ ਬਾਣੀ ਦੀ। ਪੂਰੇ ਵਿਸ਼ਵ ਭਰ ਦੇ ਵਿੱਚ ਐਸਾ ਕੋਈ ਧਾਰਮਿਕ ਗ੍ਰੰਥ ਨਹੀਂ ਹੈ ਜਿਹਦੇ ਵਿੱਚ ਪ੍ਰਮਾਤਮਾ ਜੀ ਦੇ ਹਰੇਕ ਨਾਮ ਦਾ ਵਰਣਨ ਹੈ। ਇੱਥੇ ਰਾਮ ਸ਼ਬਦ ਵੀ ਬਹੁਤ ਵਾਰੀ ਵਰਤਿਆ ਗਿਆ, ਇੱਥੇ ਹਰੀ ਵੀ ਕਿਹਾ ਗਿਆ, ਇੱਥੇ ਗੁਰੂ ਸਾਹਿਬ ਜੀ ਨੇ ਦਇਆਲੂ ਵੀ ਕਿਹਾ ਹੈ, ਇੱਥੇ ਰਹੀਮ ਵੀ ਕਿਹਾ ਹੈ, ਅੱਲਾ ਵੀ ਕਿਹਾ ਹੈ, ਖੁਦਾ ਵੀ ਕਿਹਾ ਹੈ, ਕਰੀਮ ਵੀ ਕਿਹਾ ਹੈ, ਰਹੀਮ ਵੀ ਕਿਹਾ ਹੈ। ਇੱਥੇ ਮੁਸਲਮਾਨ ਜਿਹੜੇ ਨਾਮ ਨੂੰ ਜਪਦੇ ਨੇ ਉਹ ਵੀ ਸਾਰੇ ਨਾਮ ਗੁਰੂ ਸਾਹਿਬ ਨੇ ਵਰਤੇ ਨੇ।
ਜਿਹੜੇ ਨਾਮ ਨੂੰ ਹਿੰਦੂ ਜਪਦੇ ਨੇ ਉਹ ਵੀ ਗੁਰੂ ਸਾਹਿਬ ਜੀ ਨੇ ਵਰਤੇ ਨੇ। ਅਰਥ ਉਹਨਾਂ ਦਾ ਪਰਮਾਤਮਾ ਜੀ ਦੇ ਰੂਪ ਵਿੱਚ ਹੀ ਕੱਢਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੋਈ ਵੀ ਨਾਮ ਕੋਈ ਪ੍ਰੇਮ ਨਾਲ ਜਪੇ, ਕਿਉਂਕਿ ਅਸਲ ਵਿੱਚ ਗੱਲ ਪ੍ਰੇਮ ਦੀ ਹੈ। ਜੇ ਪ੍ਰੇਮ ਨਾਲ ਵਾਹਿਗੁਰੂ ਵੀ ਕਹਿ ਦਿੱਤਾ, ਵਾਹਿਗੁਰੂ ਵੀ ਪ੍ਰਵਾਨ ਹੈ। ਜੇ ਅੰਦਰ ਪ੍ਰੇਮ ਹੈ ਤੇ ਰਾਮ ਰਾਮ ਵੀ ਜਪ ਲਿਆ ਕਿਸੇ ਨੇ, ਉਹ ਵੀ ਪ੍ਰਵਾਨ ਹੈ। ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਇੱਥੇ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਵੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿਤੇ ਕਹਿੰਦੇ ਨੇ ਪਰਮਾਤਮਾ ਜੀ ਦਾ ਹਰੀ ਦਾ ਨਾਮ ਜਪ, ਕਿਤੇ ਓੰਕਾਰ ਕਹਿੰਦੇ ਨੇ। ਅਤਿਅੰਤ ਨਾਮ ਗੁਰੂ ਸਾਹਿਬ ਜੀ ਨੇ ਵਰਤੇ ਨੇ। ਤੇ ਸਾਹਿਬ ਨੇ ਕਿਹਾ ਨਾਮ ਕੋਈ ਵੀ ਜਪੇ ਮਨੁੱਖ, ਪਰ ਪ੍ਰੇਮ ਨਾਲ ਜਪੇ। ਜੇ ਸਾਨੂੰ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਵਾਹਿਗੁਰੂ ਗੁਰਮੰਤਰ ਹੈ, ਜੇ ਵਾਹਿਗੁਰੂ ਦਾ ਹੁਕਮ ਹੈ ਅਸੀਂ ਵਾਹਿਗੁਰੂ ਵਾਹਿਗੁਰੂ ਜਪੀਏ, ਸਾਡਾ ਵਾਹਿਗੁਰੂ ਕਿਉਂ ਵੀ ਭਲਾ ਹੋ ਜਾਣੇ। ਗੱਲ ਪ੍ਰੇਮ ਦੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਆ ਨਾ ਰੋਜ਼ ਹੀ, ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਰੀ ਦੁਨੀਆ ਦੇ ਲੋਕੋ ਇਸ ਗੱਲ ਨੂੰ ਸੁਣ ਲਓ, ਮੈਂ ਸੱਚ ਕਹਿ ਰਿਹਾ, ਜਿੰਨਾ ਪ੍ਰੇਮ ਕੀਤਾ ਉਹਨਾਂ ਹੀ ਰੱਬ ਪਾਇਆ। ਉਹਨਾਂ ਦੀ ਰੱਬ ਨਾਲ ਸਾਂਝ ਬਣੀ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ। ਹੁਣ ਜਿਨ੍ਹਾਂ ਨੂੰ ਸੰਸਾਰ ਵਿੱਚ ਰਹਿੰਦੇ ਆ ਮਨੁੱਖਾਂ ਨਾਲ ਪ੍ਰੇਮ ਨਹੀਂ ਕਰਨਾ ਆਇਆ, ਮਨੁੱਖਤਾ ਨਾਲ ਪ੍ਰੇਮ ਨਹੀਂ ਕਰਨਾ ਆਇਆ, ਉਹ ਰੱਬ ਨਾਲ ਪ੍ਰੇਮ ਵੀ ਕੀ ਕਰਨਗੇ। ਕਿਉਂਕਿ ਜਿਸ ਸੰਸਾਰ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਦੇ ਰਹਿਣ ਵਾਲੇ ਜੀਵਾਂ ਨਾਲ ਹੀ ਪ੍ਰੇਮ ਨਹੀਂ ਕਰਨਾ ਆਇਆ, ਇੱਕ ਦੂਸਰੇ ਦਾ ਸਨਮਾਨ ਨਹੀਂ ਬੰਦੇ ਨੂੰ ਕਰਨਾ ਆਇਆ। ਇੱਥੇ ਬੰਦਾ ਧਰਮ ਦੇ ਨਾਮ ਤੇ ਰੱਬ ਦੇ ਨਾਮਾਂ ਤੇ ਲੜੀ ਜਾਂਦਾ ਹੈ, ਤੇ ਫਿਰ ਕਹਿੰਦਾ ਮੈਂ ਜੀ ਰੱਬ ਨੂੰ ਧਿਆ ਰਿਹਾ। ਤੇ ਲੜਕਾ ਦੇ ਵਾਸਤੇ ਰਿਹਾ ਮੇਰੇ ਰੱਬ ਦਾ ਨਾਮ ਵੱਡਾ ਹੈ, ਦੂਸਰਾ ਕਹਿੰਦਾ ਨਹੀਂ ਮੇਰੇ ਰੱਬ ਦਾ ਨਾਮ ਵੱਡਾ ਹੈ। ਮੇਰੇ ਰੱਬ ਦਾ ਘਰ ਚੰਗਾ ਹੈ, ਦੂਸਰਾ ਕਹਿੰਦਾ ਨਹੀਂ ਮੇਰੇ ਰੱਬ ਦਾ ਘਰ ਚੰਗਾ ਹੈ। ਤੇ ਉਸ ਮਾਲਕ ਜੀ ਨੂੰ ਜਿਹੜਾ ਸੱਚਮੁੱਚ ਸਭ ਦਾ ਦਾਤਾ ਹੈ, ਉਹਦੇ ਵਾਸਤੇ ਉਹਦੇ ਨਾਲ ਪ੍ਰੇਮ ਹੀ ਨਹੀਂ ਕੋਈ ਪਾ ਰਿਹਾ। ਬਸ ਧਰਮ ਦੇ ਨਾਮ ਤੇ ਲੜਾਈ ਝਗੜੇ ਬੰਦਾ ਕਰੀ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਇੱਥੇ ਮੱਤ ਦੇ ਕੇ ਸਮਝਾਇਆ, ਕਹਿਣ ਲੱਗੇ ਤੈਸੇ ਗੁਰ ਜੋ ਨਾਮ ਬਤਾਏ ਸੋ ਤਹਿ ਕੋ ਹੋਵਤ ਗਤ ਦਾਏ। ਜਿਹੜਾ ਗੁਰੂ ਨੇ ਨਾਮ ਦੱਸ ਦਿੱਤਾ, ਉਸ ਨਾਮ ਨੂੰ ਜਪ ਕੇ ਬੰਦਾ ਮੁਕਤ ਹੋ ਜਾਂਦਾ ਹੈ। ਉਹ ਨਾਮ ਹੀ ਉਹਦੇ ਵਾਸਤੇ ਮੁਕਤੀ ਦਾ ਦਾਤਾ ਹੈ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ ਸੋ ਪਵ ਸਾਗਰ ਉਤਰਾ ਪਾਰਾ। ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਵੀ ਹਿਰਦੇ ਵਿੱਚ ਧਾਰਨ ਕੀਤਾ ਹੈ, ਪੂਰੇ ਗੁਰੂ ਦੇ ਜਿੰਨਾ ਵੀ ਬਚਨ ਮੰਨ ਲੈ, ਉਹ ਭਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ। ਇਸ ਪ੍ਰਕਾਰ ਸੁਣ ਕੇ ਸੁਭ ਬਚਨ ਪੰਡਤ ਬਿਨੈ ਪਣੇ ਸੁਠ ਰਚਨਾ। ਜਿਸ ਵੇਲੇ ਪੰਡਤ ਜਨਾਂ ਨੇ, ਜਿਹੜੇ ਕੰਸੀ ਦੇ ਵਿਦਵਾਨ ਪੰਡਤ ਨੇ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਹੁਤ ਪ੍ਰੇਮ ਵਾਲੇ ਬਚਨ ਸੁਣੇ। ਕਿਉਂਕਿ ਗੁਰੂ ਕੇ ਬਚਨਾਂ ਦੀ ਕੋਈ ਕਾਟ ਨਹੀਂ ਹੈ, ਗੁਰੂ ਕੇ ਬਚਨਾਂ ਨੂੰ ਕੋਈ ਵੀ ਝੂਠਾ ਸਿੱਧ ਨਹੀਂ ਕਰ ਸਕਦਾ। ਗੁਰੂ ਜੋ ਬੋਲਦਾ ਹੈ ਉਹ ਰੱਬ ਦੇ ਘਰ ਦੀ ਬਾਣੀ ਬੋਲਦਾ। ਜੋ ਪ੍ਰਮਾਤਮਾ ਜੀ ਨੇ ਬੋਲਿਆ ਉਹੀ ਗੁਰੂ ਸਾਹਿਬ ਨੇ ਬੋਲਿਆ ਹੈ। ਤੇ ਗੁਰੂ ਕੇ ਬਚਨਾਂ ਨੂੰ ਇਸ ਕਰਕੇ ਕੋਈ ਕੱਟ ਨਹੀਂ ਸਕਦਾ। ਜਦੋਂ ਗੁਰੂ ਸਾਹਿਬ ਨੇ ਬਹੁਤ ਪ੍ਰੇਮ ਦੇ ਨਾਲ ਦਲੀਲਾਂ ਦੇ ਦੇ ਕੇ ਸਮਝਾਇਆ, ਤਾਂ ਸਾਰੇ ਪੰਡਤ ਜਿਹੜੇ ਹਨ, ਵਿਦਵਾਨ ਪੰਡਤ, ਕਹਿਣ ਲੱਗੇ ਜੀ ਤੁਹਾਡੇ ਦਰਸ਼ਨ ਕਰਕੇ ਸਾਡੇ ਦੁੱਖਾਂ ਦਾ ਨਾਸ ਹੋ ਗਿਆ। ਸੱਚਮੁੱਚ ਤੁਹਾਡੇ ਵਰਗਾ ਪਿਆਰਾ ਦਿਆਲੂ ਗੁਰੂ ਕੋਈ ਨਹੀਂ ਹੈ। ਸੁਣੇ ਬਿਨੈ ਜਬ ਕਰਨਾ ਐਨਾ ਕੇਵਲ ਦਾ ਉਚਰੇ ਸੁਭ ਬੈਣਾ। ਕਹਿਣ ਲੱਗੇ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਤੁਸੀਂ ਸਾਨੂੰ ਮੱਤ ਦਿਓ, ਸਾਡਾ ਵੀ ਭਲਾ ਹੋ ਜਾਵੇ। ਕਿਉਂਕਿ ਅਸੀਂ ਧਰਮ ਦੇ ਕੰਮ ਤਾਂ ਬਹੁਤ ਕਰਦੇ ਹਾਂ, ਪਰ ਮਨ ਸ਼ਾਂਤ ਨਹੀਂ ਹੈ, ਮਨ ਟਿਕਾਓ ਵਿੱਚ ਨਹੀਂ ਹੈ। ਐਸੀ ਰਹਿਮਤ ਕਰ ਦਿਓ, ਐਸੀ ਬਖਸ਼ਿਸ਼ ਕਰ ਦਿਓ ਕਿ ਸਾਡਾ ਵੀ ਭਲਾ ਹੋ ਜਾਏ। ਸਾਨੂੰ ਵੀ ਕਿਰਪਾ ਕਰਕੇ ਗਰੀਬ ਤੇ ਨਿਮਾਣੇ ਜਾਣਦਿਆਂ ਹੋਇਆਂ ਆਪਣੇ ਚਰਨੀ ਜੋੜਨਾ ਕਰੋ। ਜਦੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਉਹਨਾਂ ਕੀਤੀਆਂ, ਉਹਨਾਂ ਦੀ ਪ੍ਰੇਮ ਦੀਆਂ ਬੇਨਤੀਆਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਹੈ, ਸਤਨਾਮ ਕੋ ਕੀਜੇ ਜਾਪੂ ਤੁਮਰੇ ਨਾਸੇ ਤੀਨੋਂ ਤਾਪੂ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਿਆਰਿਓ, ਜੇ ਮੁਕਤੀ ਚਾਹੁੰਦੇ ਹੋ, ਭਲਾ ਕਰਨਾ ਚਾਹੁੰਦੇ ਹੋ ਜੀਵਨ ਦਾ,
ਸਦਾ ਹੀ ਸਤਨਾਮ ਦਾ ਜਾਪ ਕਰੋ, ਵਾਹਿਗੁਰੂ ਦੇ ਪ੍ਰਮਾਤਮਾ ਜੀ ਦੇ ਨਾਮ ਦਾ ਜਾਪ ਕਰਿਆ ਕਰੋ। ਜਦੋਂ ਉਹਦਾ ਨਾਮ ਪ੍ਰੇਮ ਨਾਲ ਜਪੋਗੇ ਤਾਂ ਤਿੰਨੇ ਤਾਪ ਦੁੱਖ ਰੋਗ ਜਿਹੜੇ ਨੇ ਸਾਰੇ ਦੂਰ ਹਟ ਜਾਣਗੇ। ਨਾਉ ਤ੍ਰੀਕ ਭਏ ਸਿਖ ਸੋਏ, ਗੁਰ ਗੁਰ ਜਾਪ ਜਪੇ ਭ੍ਰਮ ਖੋਏ। ਉਹ ਜਿਹੜੇ ਪਿਆਰੇ, ਜਿਹੜੇ ਜਿੰਨੇ ਪੰਡਤ ਵਿਦਵਾਨ ਸਨ, ਜਿਨ੍ਹਾਂ ਦੇ ਅੰਦਰ ਸਰਧਾ ਪੈਦਾ ਹੋਈ, ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਪੈਦਾ ਹੋਇਆ, ਉਹ ਗੁਰੂ ਸਾਹਿਬ ਜੀ ਦੇ ਨਾਮ ਤਰੀਕ ਸਿੱਖ ਬਣ ਗਏ, ਗੁਰੂ ਸਾਹਿਬ ਦੇ ਪਿਆਰੇ ਬਣ ਗਏ। ਸਤਿਗੁਰੂ ਦੀ ਸਿੱਖਿਆ ਤੇ ਚੱਲ ਕੇ ਆਪਣਾ ਨਾਂ ਜੀਵਨ ਸਫਲਾ ਕਰਨ ਲੱਗੇ ਨੇ। ਕਿਦਕ ਦਿਵਸ ਗੁਰ ਡੇਰਾ ਕਰ ਕੈ, ਪੁਨ ਗਮਨੇ ਉਪਕਾਰ ਵਿਚਰ ਕੈ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਈ ਦਿਨ ਇੱਥੇ ਕਾਂਸੀ ਦੀ ਧਰਤੀ ਤੇ, ਬਨਾਰਸ ਦੀ ਧਰਤੀ ਤੇ, ਇੱਥੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ, ਇੱਥੇ ਰੁਕ ਕੇ ਸੰਗਤਾਂ ਨੂੰ ਧਾਰਿਆ ਤੇ ਫਿਰ ਇੱਥੇ ਭਲਾ ਕਰਕੇ, ਇੱਥੇ ਸੱਚ ਦਾ ਉਪਦੇਸ਼ ਦ੍ਰਿੜ ਕਰਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਉਪਕਾਰ ਦੇ ਵਾਸਤੇ ਅਗਲੇ ਸਫ਼ਰ ਤੇ ਚੱਲ ਪਏ ਨੇ। ਚੌਪਈ ਸੁਣ ਸ੍ਰੀ ਅੰਗਦ ਕਥਾ ਰਸਾਲਾ, ਆਗੈ ਗਮ ਨੇ ਬੌਰ ਕਿਰਪਾਲਾ। ਭਾਈ ਵਾਲਾ ਜੀ ਕਹਿੰਦੇ ਨੇ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ, ਗੁਰੂ ਕੀ ਅਗਲੀ ਬੜੇ ਰਸਦਾਇਕ ਵਾਲੀ ਜਿਹੜੀ ਕਥਾ ਹੈ, ਸੁੱਖ ਦੇਣ ਵਾਲੀ ਕਥਾ ਜਿਹੜੀ ਹੈ, ਉਹਨੂੰ ਪ੍ਰੇਮ ਨਾਲ ਸੁਣੋ। ਜਗਨਨਾਥ ਕੋ ਜੇ ਅਸਥਾਨਾ, ਤਹਾਂ ਜਾਏ ਪਹੁੰਚੇ ਗਤ ਦਾਨਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਚਾਰ ਯਾਤਰਾ ਕਰਦੇ ਕਰਦੇ ਹਿੰਦੂ ਧਰਮ ਦੇ ਬਹੁਤ ਵੱਡੇ ਤੀਰਥ, ਜਿਹਨੂੰ ਜਗਨਨਾਥ ਕਿਹਾ ਜਾਂਦਾ ਹੈ, ਇਹ ਜਗਨਨਾਥ ਦਾ ਮੰਦਿਰ ਉੜੀਸਾ ਦੇ ਵਿੱਚ ਪੈਂਦਾ ਹੈ। ਉੜੀਸਾ ਦੇ ਵਿੱਚ ਇੱਕ ਪੁਰੀ ਹੈ, ਪੁਰੀ, ਉਹਨੂੰ ਜਗਨਨਾਥਪੁਰੀ ਕਿਹਾ ਜਾਂਦਾ ਹੈ, ਸਮੁੰਦਰ ਦੇ ਕਿਨਾਰੇ ਤੇ। ਇੱਥੇ ਬਹੁਤ ਵੱਡਾ ਮੰਦਿਰ ਹੈ, ਇਹਨੂੰ ਕਿਹਾ ਜਾਂਦਾ ਹੈ ਜਗਤ ਦੇ ਮਾਲਕ ਦਾ ਮੰਦਿਰ, ਜਗਨਨਾਥ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਗਨਨਾਥਪੁਰੀ ਦੇ ਸਥਾਨ ਤੇ ਜਾ ਪਹੁੰਚੇ, ਜਿੱਥੇ ਬਹੁਤ ਵੱਡਾ ਜਿਹੜਾ ਮੰਦਿਰ ਹੈ। ਹਰ ਮੰਦਰ ਕੇ ਦਰ ਪਰ ਜਾਈ, ਬੈਠੇ ਕਿਤ ਕਾਲ ਤਿਹ ਥਾਈ। ਜਗਨਨਾਥ ਦੇ ਮੰਦਿਰ ਦੇ ਦਰਵਾਜ਼ੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਵਿਰਾਜ ਗਏ। ਕਾਫੀ ਸਮਾਂ ਇੱਥੇ ਸਤਿਗੁਰੂ ਜੀ ਬੈਠੇ ਰਹੇ। ਸੰਧਿਆ ਕਾਲ ਪਹੁੰਚਿਓ ਜਬ ਹੀ, ਸਭ ਪੰਡੇ ਮਿਲ ਆਏ ਤਬ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਜਗਨਨਾਥਪੁਰੀ ਦੇ ਮੰਦਿਰ ਪਹੁੰਚੇ ਨੇ, ਮੰਦਿਰ ਦੇ ਬਾਹਰ ਸਤਿਗੁਰਾਂ ਨੇ ਆਪਣਾ ਆਸਣ ਲਾਇਆ, ਵਿਰਾਜੇ ਹੋਏ ਨੇ। ਹੁਣ ਸਮਾਂ ਬਤੀਤ ਹੁੰਦਾ ਗਿਆ, ਸਾਰਾ ਦਿਨ ਲੰਘਿਆ, ਸ਼ਾਮ ਦਾ ਵਕਤ ਹੋ ਗਿਆ ਹੈ। ਸ਼ਾਮ ਦੇ ਸਮੇਂ ਇਸ ਮੰਦਿਰ ਵਿੱਚ ਆਰਤੀ ਕਰਨ ਵਾਸਤੇ, ਪੂਜਾ ਕਰਨ ਵਾਸਤੇ ਜਿਹੜੇ ਪਾਂਡੇ ਹਨ, ਜਿਹੜੇ ਪੰਡਤ ਹਨ, ਉਹ ਸਾਰੇ ਆ ਪਹੁੰਚੇ ਨੇ। ਕਰਨੇ ਲਗੇ ਆਰਤੀ ਤੇਹਵਾ, ਜਗਨਨਾਥ ਕੋ ਮੰਦਰ ਜਿਹਵਾ। ਜਿਹੜਾ ਜਗਨਨਾਥਪੁਰੀ ਹੈ, ਇਹਦਾ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਗਏ ਨੇ ਤੇ ਸਿੱਖ ਇਤਿਹਾਸ ਵਿੱਚ ਇੱਥੋਂ ਦਾ ਜ਼ਿਕਰ ਹੋਰ ਵੀ ਆਉਂਦਾ ਹੈ। ਜਗਨਨਾਥਪੁਰੀ ਤੋਂ ਗੁਰੂ ਸਾਹਿਬ ਜੀ ਦੇ 5 ਪਿਆਰਿਆਂ ਵਿੱਚੋਂ ਇੱਕ ਪਿਆਰੇ ਵੀ ਜਿਹੜੇ ਨੇ, ਉਹ ਵੀ ਜਗਨਨਾਥਪੁਰੀ ਤੋਂ ਆਏ ਸਨ। ਹੁਣ ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਪਹੁੰਚੇ ਨੇ, ਸ਼ਾਮ ਦੇ ਸਮੇਂ ਉੱਥੋਂ ਦੇ ਪੰਡਤਾਂ ਨੇ, ਇਸ ਮੰਦਿਰ ਦੇ ਪੁਜਾਰੀਆਂ ਨੇ ਆਰਤੀ ਕਰਨ ਵਾਸਤੇ ਤਿਆਰੀ ਕੀਤੀ ਹੈ। ਹੁਣ ਆਰਤੀ, ਕਿਉਂਕਿ ਹਰੇਕ ਮੰਦਿਰ ਵਿੱਚ ਜਿਹੜੀ ਵੀ ਮੂਰਤੀ ਹੈ, ਜਿਹੜਾ ਵੀ ਉਹਨਾਂ ਦਾ ਇਸ਼ਟ ਹੈ, ਉਹਦੀ ਆਰਤੀ ਮੰਦਿਰ ਵਿੱਚ ਉਤਾਰੀ ਜਾਂਦੀ ਹੈ। ਤੇ ਜਿਸ ਵੇਲੇ ਉਹ ਆਰਤੀ ਉਤਾਰਦੇ ਨੇ, ਉਹਨਾਂ ਨੇ ਦੀਵੇ ਵਿੱਚ, ਜਿਹੜੇ ਇੱਕ ਥਾਲ ਵਿੱਚ 2 ਦੀਵੇ ਜਗਾਏ ਹੋਏ ਨੇ, ਉਹਦੇ ਵਿੱਚ ਕੁਝ ਫੁੱਲ ਰੱਖੇ ਹਨ, ਕੁਝ ਹੀਰੇ ਮੋਤੀ ਜਿਹੜੇ ਨੇ ਉਹ ਵੀ ਰੱਖੇ ਹੋਏ ਨੇ। ਤੇ ਉਹ ਥਾਲ ਘੁਮਾ ਕੇ ਜਗਨਨਾਥ ਦੀ ਆਰਤੀ ਉਤਾਰ ਰਹੇ ਨੇ, ਨਾਲੋਂ ਨਾਲ ਮੰਤਰਾਂ ਦਾ ਜਾਪ ਵੀ ਕਰ ਰਹੇ ਹਨ। ਹੁਣ ਜਿਸ ਵੇਲੇ ਆਰਤੀ ਹੁੰਦੀ ਹੈ ਤੇ ਆਰਤੀ ਦੇ ਵਿੱਚ ਸਾਰੇ ਜਿਹੜੇ ਲੋਕ ਨੇ, ਜਿਹੜੇ ਸ਼ਰਧਾਲੂ ਹੁੰਦੇ ਨੇ ਮੰਦਿਰ ਦੇ, ਉਹ ਸਾਰੇ ਖੜੇ ਹੋ ਕੇ ਆਰਤੀ ਉਤਾਰਦੇ ਨੇ।
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੰਦਰ ਦੇ ਬਾਹਰ ਬੈਠੇ ਨੇ। ਇੱਧਰ ਹੁਣ ਆਰਤੀ ਹੋਣ ਲੱਗ ਪਈ। ਸ੍ਰੀ ਗੁਰ ਬੈਠੇ ਰਹੇ ਅਡੋਲਾ, ਠਾਂਡੇ ਭਏ ਨਾ ਕਛੂ ਮੁਖ ਬੋਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਆਰਤੀ ਦੇ ਸਮੇਂ ਤੇ ਖੜੇ ਨਹੀਂ ਹੋਏ, ਜਿਵੇਂ ਆਰਾਮ ਨਾਲ ਅਡੋਲ ਬੈਠੇ ਸਨ, ਆਪਣੀ ਮਸਤੀ ਵਿੱਚ ਆਨੰਦ ਵਿੱਚ ਬੈਠੇ ਸਨ। ਉਸੇ ਆਨੰਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੈਠੇ ਰਹੇ। ਸਾਰੇ ਲੋਕ ਜਿੰਨੇ ਉੱਥੇ ਮੌਜੂਦ ਸਨ ਉਹ ਸਾਰੇ ਖੜੇ ਹੋ ਕੇ ਆਰਤੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾ ਤਾਂ ਮੁਖ ਵਿੱਚੋਂ ਕੁਝ ਬੋਲੇ ਤੇ ਨਾ ਹੀ ਖੜੇ ਹੋਏ, ਆਪਣੇ ਆਨੰਦ ਵਿੱਚ ਹੀ ਬੈਠੇ ਰਹੇ। ਤੇ ਛਿਨ ਪੰਡੇ ਰੇ ਸੁਰ ਧਾਰੀ, ਆਨ ਸਮੀਪੰ ਗਿਰਾਇ ਉਚਾਰੀ। ਔਰ ਜਿਸ ਵੇਲੇ ਆਰਤੀ ਦੀ ਸਮਾਪਤੀ ਹੋ ਗਈ, ਉਹਨਾਂ ਨੇ ਆਰਤੀ ਕਰਨੀ ਬੰਦ ਕਰ ਦਿੱਤੀ। ਸ਼ੰਖ ਵਜਾਉਣੇ, ਜਿਹੜੇ ਨਗਾਰੇ ਵੱਜ ਰਹੇ ਸਨ, ਉਹ ਸਾਰੇ ਬੰਦ ਹੋ ਗਏ। ਤਾਂ ਉਸ ਵੇਲੇ ਜਿਹੜੇ ਪਾਂਡੇ ਹਨ, ਜਿਹੜੇ ਪੰਡਤ ਹਨ, ਉਹਨਾਂ ਨੂੰ ਬੜਾ ਗੁੱਸਾ ਆਇਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਸਾਰੇ ਲੋਕ ਖੜੇ ਨੇ ਆਰਤੀ ਵਿੱਚ, ਆਹ ਜਿਹੜੇ ਫਕੀਰ ਨੇ ਬਾਹਰੋਂ ਆਏ ਜਾਪਦੇ ਨੇ, ਇਹ ਬੈਠੇ ਨੇ, ਇਹ ਖੜੇ ਨਹੀਂ ਹੋਏ ਆਰਤੀ ਵਿੱਚ। ਉਹਨਾਂ ਦੇ ਮਨ ਵਿੱਚ ਬੜਾ ਗੁੱਸਾ ਆਇਆ ਤੇ ਗੁੱਸਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗੇ, ਕੋ ਹੈ ਤੂੰ ਕਿਹ ਥਲ ਤੇ ਆਇਓ, ਹੈ ਅਣਜਾਣ ਭੇਦ ਨ ਪਾਇਓ। ਸਤਿਗੁਰਾਂ ਨੂੰ ਆ ਕੇ ਸਵਾਲ ਕੀਤਾ, ਤੂੰ ਕੌਣ ਹੈ? ਪਹਿਲਾ ਸਵਾਲ ਹੈ, ਕੋ ਹੈ ਤੂੰ, ਭਾਵ ਕਿ ਤੂੰ ਕੌਣ ਹੈ? ਕਿਹ ਥਲ ਤੇ ਆਇਓ, ਤੂੰ ਕਿੱਥੋਂ ਚੱਲ ਕੇ ਆਇਆ, ਕਿਹੜੀ ਥਾਂ ਤੋਂ ਤੂੰ ਚੱਲ ਕੇ ਆਇਆ? ਹੈ ਅਣਜਾਣ ਭੇਦ ਨ ਪਾਇਓ, ਕੀ ਤੂੰ ਅਣਜਾਣ ਹੈ? ਤੈਨੂੰ ਜਗਨਨਾਥ ਮੰਦਿਰ ਦੀ ਮਹਾਨਤਾ ਦਾ ਨਹੀਂ ਪਤਾ, ਇੱਥੋਂ ਦੀ ਮਰਿਆਦਾ ਦਾ ਨਹੀਂ ਤੈਨੂੰ ਪਤਾ ਕਿ ਆਰਤੀ ਦੇ ਸਮੇਂ ਖੜੇ ਹੋਈਦਾ ਹੈ। ਇੱਥੋਂ ਦੀ ਜਿਹੜੀ ਪਰੰਪਰਾ ਹੈ ਉਹਦੇ ਅਨੁਸਾਰ ਤੂੰ ਖੜੇ ਨਹੀਂ ਹੋਣਾ ਕੀਤਾ। ਸਭ ਨੇ ਆਰਤੀ ਖਰੇ ਉਤਾਰੀ, ਤੂੰ ਬੈਠੇ ਰਹਿਓ ਇਹ ਬਾਰੀ। ਪੰਡਤ ਬੜੇ ਕ੍ਰੋਧ ਵਿੱਚ ਕਹਿੰਦੇ ਨੇ, ਅਸੀਂ ਆਰਤੀ ਉਤਾਰ ਰਹੇ ਸੀ, ਸਾਰੇ ਲੋਕ ਖੜੇ ਹੋ ਕੇ ਆਰਤੀ ਵਿੱਚ ਸ਼ਾਮਲ ਹੋ ਰਹੇ ਸਨ, ਪਰ ਤੈਂ ਬੈਠੇ ਰਹਿਣਾ ਕੀਤਾ, ਤੂੰ ਖੜੇ ਨਹੀਂ ਹੋਣਾ ਕੀਤਾ। ਜਗਨਨਾਥ ਕੋ ਭਾਓ ਨ ਕੀਨੋ, ਉਠਿਓ ਨ ਤਿਹ ਚਿਨ ਕਿਆ ਤੈ ਕੀਨੋ। ਗੁਰੂ ਸਾਹਿਬ ਨੂੰ ਕਹਿੰਦੇ, ਤੈਂ ਜਗਤ ਦੇ ਨਾਥ ਜਗਨਨਾਥ ਦਾ ਸਤਿਕਾਰ ਨਹੀਂ ਕੀਤਾ, ਆਦਰ ਨਹੀਂ ਤੁਸਾਂ ਕੀਤਾ। ਆਰਤੀ ਦੇ ਸਮੇਂ ਤੁਸੀਂ ਖੜੇ ਹੋ ਕੇ ਆਰਤੀ ਵਿੱਚ ਸ਼ਾਮਲ ਨਹੀਂ ਹੋਣਾ ਕੀਤਾ, ਤੁਸੀਂ ਇਹ ਕੀਤਾ ਕੀ ਹੈ, ਕਿਉਂ ਕੀਤਾ ਹੈ? ਗੁਰੂ ਸਾਹਿਬ ਨੂੰ ਸਵਾਲ ਕਰ ਰਹੇ ਨੇ। ਸੁਣ ਕਰ ਜਗ ਗੁਰ ਬਚਨ ਬਖਾਨੇ, ਸਦਾ ਆਰਤੀ ਹਮ ਪਹਿਚਾਨੇ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਰੱਬ ਜੋਤ ਨੇ, ਉਹਨਾਂ ਬਚਨ ਕੀਤੇ, ਕਹਿਣ ਲੱਗੇ, ਪਿਆਰਿਓ ਤੁਸੀਂ ਤਾਂ ਹੁਣੇ ਆਰਤੀ ਕਰਨ ਲੱਗੇ ਸੀ, ਤੁਹਾਡੀ ਆਰਤੀ ਹੁਣੇ ਸ਼ੁਰੂ ਹੋਈ ਤੇ ਹੁਣੇ ਸਮਾਪਤ ਵੀ ਹੋ ਗਈ, ਤੁਸੀਂ ਤਾਂ ਕੁਝ ਪਾਲੀ ਆਰਤੀ ਕੀਤੀ ਹੈ। ਸਤਿਗੁਰੂ ਕਹਿੰਦੇ, ਮੈਂ ਤਾਂ ਸਦਾ ਹੀ ਆਰਤੀ ਵਿੱਚ ਸ਼ਾਮਲ ਸਾਂ, ਮੈਂ ਸਦਾ ਹੀ ਆਰਤੀ ਕਰਦਾ ਤੇ ਸਦਾ ਹੀ ਹੋ ਰਹੀ ਆਰਤੀ ਵਿੱਚ ਸ਼ਾਮਲ ਹੁੰਦਾ। ਤੁਹਾਡੀ ਆਰਤੀ ਹੁਣੇ ਸ਼ੁਰੂ ਹੋਈ ਤੇ ਹੁਣੇ ਸਮਾਪਤ ਵੀ ਹੋ ਗਈ, ਪਰ ਜਿਹੜਾ ਮੇਰਾ ਮਾਲਕ ਹੈ, ਜਿਹੜਾ ਜਗਤ ਦਾ ਸੱਚਮੁੱਚ ਸੁਆਮੀ ਹੈ, ਉਹਦੀ ਆਰਤੀ ਤਾਂ ਸਦਾ ਹੀ ਚੱਲਦੀ ਹੈ, ਉਹਦੀ ਤਾਂ ਆਰਤੀ ਸਦਾ ਹੀ ਹੋ ਰਹੀ ਹੈ। ਸਰਬ ਸਰੋਵਣ ਜਸ ਪ੍ਰਭੂ ਉੱਚੇ, ਕਰੇ ਆਰਤੀ ਤਸ ਮਨ ਸੋਚੇ। ਹਜ਼ੂਰ ਕਹਿਣ ਲੱਗੇ, ਸਰਬ ਸ਼੍ਰੋਮਣੀ ਪ੍ਰਮਾਤਮਾ ਜੀ, ਜਿਨ੍ਹਾਂ ਦਾ ਜਸ, ਜਿਨ੍ਹਾਂ ਦੀ ਵਡਿਆਈ ਬਹੁਤ ਉੱਚੀ ਹੈ, ਜਿਨ੍ਹਾਂ ਦੀ ਵਡਿਆਈ ਦਾ ਕੋਈ ਅੰਤ ਨਹੀਂ। ਤੇ ਸਾਹਿਬ ਕਹਿੰਦੇ, ਅਸੀਂ ਤਾਂ ਸਦਾ ਹੀ ਹਰ ਸਵਾਸ ਹੀ ਉਸ ਮਾਲਕ ਜੀ ਦੀ ਆਰਤੀ ਸੱਚੇ ਮਨ ਨਾਲ ਉਤਾਰਦੇ ਹਾਂ। ਅਸੀਂ ਉਹਦੀ ਹੋ ਰਹੀ ਆਰਤੀ ਵੀ ਸਦਾ ਹੀ ਸ਼ਾਮਲ ਹੁੰਦੇ ਹਾਂ, ਉਹਦੀ ਆਰਤੀ ਸਦਾ ਹੀ ਚੱਲ ਰਹੀ ਹੈ। ਅਲਪ ਆਰਤੀ ਕਿਆ ਤੁਮ ਕਰਿਓ, ਤੁਛ ਸੌਜ ਨਾ ਜਾ ਮੈਂ ਸਭ ਭਰਿਓ। ਹਜ਼ੂਰ ਕਹਿਣ ਲੱਗਿਆ, ਤੁਸੀਂ ਤਾਂ ਬਿਲਕੁਲ ਛੋਟੀ ਜਿਹੀ ਆਰਤੀ ਕੀਤੀ ਹੈ, ਆ ਛੋਟੀ ਜਿਹੀ ਆਰਤੀ ਕਰਕੇ ਤੁਸੀਂ ਹੁਣ ਚੁੱਪ ਵੀ ਕਰ ਗਏ, ਸਾਰਾ ਕੁਝ ਤੁਸੀਂ ਤਾਂ ਸਮੇਟ ਵੀ ਦਿੱਤਾ ਹੈ।
ਤੁਹਾਡੇ ਕੋਲ ਤਾਂ ਜਿਹੜੀ ਆਰਤੀ ਕਰਨ ਵਾਸਤੇ ਤਾਂ ਸਮਾਨ ਵੀ ਤੁਹਾਡੇ ਕੋਲੇ ਬਹੁਤਾ ਨਹੀਂ, ਜਿਹੜੀ ਸਮੱਗਰੀ ਹੈ ਤੁਹਾਡੇ ਕੋਲੇ ਵੀ ਬਹੁਤ ਥੋੜੀ ਜੀ ਹੈ। ਇੱਕ ਥਾਲ ਵਿੱਚ ਹੀ ਤੁਸੀਂ ਸਾਰਾ ਕੁਝ ਰੱਖਿਆ ਹੈ ਤੇ ਥਾਲ ਘੁਮਾ ਕੇ ਤੁਸੀਂ ਆਰਤੀ ਕਰ ਰਹੇ ਹੋ, ਤੇ ਸਮੱਗਰੀ ਤੁਹਾਡੇ ਕੋਲੇ ਬਹੁਤ ਥੋੜੀ ਹੈ ਤੇ ਤੁਸੀਂ ਜਗਤ ਦੇ ਮਾਲਕ ਦੀ, ਸਾਰੀ ਸ੍ਰਿਸ਼ਟੀ ਦੇ ਮਾਲਕ ਦੀ ਆਰਤੀ ਉਤਾਰਨ ਲੱਗੇ ਹੋ, ਤੇ ਆਰਤੀ ਵੀ ਕੁਝ ਪਲਾਂ ਵਿੱਚ ਹੀ ਤੁਸੀਂ ਸਮਾਪਤ ਕਰ ਦਿੱਤੀ। ਮਨ ਨਿਰਮਲ ਕਰ ਨਹੀਂ ਟਿਕਾਵੋ, ਤੋ ਅਵਮਤ ਕਿਆ ਫਲ ਤੁਮ ਪਾਵੋ। ਸਤਿਗੁਰੂ ਕਹਿੰਦੇ ਇੱਕ ਤਾਂ ਤੁਸੀਂ ਬਹੁਤ ਥੋੜਾ ਸਮਾਂ ਆਰਤੀ ਕੀਤੀ, ਸਮੱਗਰੀ ਤੁਹਾਡੇ ਕੋਲੇ ਬਹੁਤ ਥੋੜੀ ਜੀ ਹੈ, ਤੇ ਤੁਹਾਡਾ ਮਨ ਨਿਰਮਲ ਨਹੀਂ, ਤੇ ਤੁਹਾਡਾ ਮਨ ਟਿਕਿਆ ਵੀ ਨਹੀਂ ਆਰਤੀ ਵਿੱਚ। ਆਰਤੀ ਤਾਂ ਤੁਸੀਂ ਕਰ ਰਹੇ ਹੋ, ਪਰ ਜਿਸ ਦੀ ਆਰਤੀ ਕਰ ਰਹੇ ਹੋ, ਜਿਸ ਮਾਲਕ ਦੀ, ਜਿਹੜਾ ਜਗਤ ਦਾ ਸੁਆਮੀ, ਉਹਦੀ ਆਰਤੀ ਤੁਸੀਂ ਕਰ ਰਹੇ ਹੋ, ਪਰ ਤੁਹਾਡਾ ਮਨ ਨਹੀਂ ਟਿਕਿਆ ਤੇ ਤੁਹਾਨੂੰ ਪ੍ਰਾਪਤੀ ਵੀ ਕੋਈ ਨਹੀਂ ਹੋਣੀ। ਅਸੀਂ ਤਾਂ ਸਦਾ ਹੀ ਆਰਤੀ ਕਰ ਰਹੇ ਹਾਂ, ਤੇ ਸਦਾ ਹੀ ਆਰਤੀ ਜਿਹੜੀ ਹੋ ਰਹੀ ਹੈ ਨਿਰੰਤਰ, ਉਹਦੇ ਵਿੱਚ ਅਸੀਂ ਹਰ ਵੇਲੇ ਹਾਜ਼ਰ ਰਹਿੰਦੇ ਹਾਂ। ਪਾਂਡੇ ਕਹੈ ਆਰਤੀ ਕੈਸੀ, ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਹੁਣ ਅੱਗੋਂ ਪਾਂਡਿਆਂ ਨੇ ਸਵਾਲ ਕਰ ਦਿੱਤਾ, ਜਿਹੜੇ ਵਿਦਵਾਨ ਉੱਥੇ ਪੰਡਤ ਨੇ, ਕਹਿਣ ਲੱਗੇ ਕਿਹੜੀ ਆਰਤੀ ਤੁਸੀਂ ਕਰ ਰਹੇ ਹੋ? ਨਾ ਤੁਹਾਡੇ ਕੋਲ ਕੋਈ ਥਾਲ ਹੈ, ਨਾ ਤੁਸੀਂ ਦੀਵੇ ਜਗਾਏ, ਨਾ ਤੁਸੀਂ ਫੁੱਲਾਂ ਦੀਆਂ ਮਾਲਾ ਲੈ ਕੇ ਆਏ, ਨਾ ਤੁਸੀਂ ਚੰਦਨ ਦੀ ਖੁਸ਼ਬੂ ਦਾ ਛਿੜਕਾਅ ਕੀਤਾ, ਤੁਸੀਂ ਕਾਹਦੀ ਆਰਤੀ ਕਰ ਰਹੇ ਹੋ? ਤੁਹਾਡੇ ਕੋਲ ਤਾਂ ਇੱਕ ਵੀ ਚੀਜ਼ ਨਹੀਂ, ਥਾਲ ਤੁਹਾਡੇ ਕੋਲ ਨਹੀਂ ਹੈ, ਦੀਵੇ ਤੁਸੀਂ ਨਹੀਂ ਜਗਾਏ, ਮੋਤੀ ਤੁਸੀਂ ਨਹੀਂ ਰੱਖੇ, ਫੁੱਲ ਤੁਸੀਂ ਨਹੀਂ ਲਿਆਂਦੇ, ਤੁਸੀਂ ਕਾਹਦੀ ਆਰਤੀ ਕਰਦੇ ਹੋ? ਤੁਸੀਂ ਤਾਂ ਆਰਾਮ ਨਾਲ ਬੈਠੇ ਹੋ। ਇਹ ਕੈਸੀ ਆਰਤੀ ਹੈ? ਪੰਡੇ ਕਹੇ ਆਰਤੀ ਕੈਸੀ, ਕਹਿੰਦੇ ਦੱਸੋ ਕਿਹੋ ਜੀ ਆਰਤੀ ਹੈ? ਨਿਤ ਪ੍ਰਤ ਕਰਤ ਰਹੋ ਹੋ ਜੈਸੀ, ਜਿਸ ਤਰ੍ਹਾਂ ਦੀ ਤੁਸੀਂ ਕਹਿੰਦੇ ਹੋ ਅਸੀਂ ਰੋਜ਼ ਆਰਤੀ ਕਰਦੇ ਹਾਂ, ਤੁਸੀਂ ਤਾਂ ਆਰਾਮ ਨਾਲ ਬੈਠੇ ਹੋ, ਤੁਹਾਡੇ ਕੋਲ ਕੋਈ ਸਾਜੋ ਸਮਾਨ ਵੀ ਆਰਤੀ ਦਾ ਹੈ ਨਹੀਂ, ਤੇ ਤੁਸੀਂ ਕਹਿੰਦੇ ਹੋ ਅਸੀਂ ਤਾਂ ਹਰ ਵੇਲੇ ਆਰਤੀ ਕਰਦੇ ਹਾਂ। ਤਿੰਨ ਤੇ ਸੁਣ ਕੇ ਕਿਰਪਾ ਨਿਧਾਨਾ, ਸਬਦ ਆਰਤੀ ਰੀਤ ਬਖਾਨਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੀਆਂ ਗੱਲਾਂ ਸੁਣੀਆਂ, ਉਹ ਕਹਿੰਦੇ ਦਿਖਾਓ ਤੁਹਾਡਾ ਥਾਲ ਕਿੱਥੇ ਹੈ? ਆਹ ਵੇਖੋ, ਅਸੀਂ ਤਾਂ ਥਾਲ ਵਿੱਚ 2 ਦੀਵੇ ਬਾਲ ਕੇ ਰੱਖੇ ਸਨ, 2 ਦੀਵੇ ਵਾਲੇ ਤੇ ਨਾਲ ਅਸੀਂ ਫੁੱਲਾਂ ਦੀ ਮਾਲਾ ਚੜਾਈਆਂ, ਨਾਲ ਚੰਦਨ ਦੀਆਂ ਖੁਸ਼ਬੂਆਂ ਦਾ ਛਿੜਕਾਅ ਕੀਤਾ, ਚੌਰ ਅਸੀਂ ਕੀਤਾ, ਆ ਸੰਖ ਵਜਾਏ, ਕਿੰਨਾ ਕੁਝ ਅਸੀਂ ਕੀਤਾ, ਸਾਡੇ ਕੋਲ ਇੰਨਾ ਸਾਜੋ ਸਮਾਨ ਹੈ, ਤੁਹਾਡੇ ਕੋਲ ਇੱਕ ਵੀ ਚੀਜ਼ ਨਹੀਂ। ਦਿਖਾਓ ਕਿੱਥੇ ਹੈ ਤੁਹਾਡਾ ਸਾਜੋ ਸਮਾਨ ਆਰਤੀ ਕਰਨ ਵਾਲਾ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾ ਪਏ, ਤੇ ਮੁਸਕਰਾ ਕੇ ਸਤਿਗੁਰਾਂ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਧਨਾਸਰੀ ਰਾਗ ਵਿੱਚ। ਧਨਾਸਰੀ ਰਾਗ ਵਿੱਚ ਸਤਿਗੁਰਾਂ ਨੇ ਸ਼ਬਦ ਉਚਾਰਿਆ ਜਿਹਦਾ ਸਰਲੇਖ ਆਰਤੀ ਹੈ। ਗੁਰੂ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਦੱਸਾਂ, ਥਾਲ ਵੀ ਹੈਗਾ, ਦੀਵੇ ਵੀ ਹੈਗੇ ਨੇ, ਸੁਗੰਧੀਆਂ ਵੀ ਹੈਗੀਆਂ ਨੇ, ਫੁੱਲ ਵੀ ਹੈਗੇ ਨੇ, ਚੌਰ ਵੀ ਹੈਗਾ ਹੈ, ਸਾਰਾ ਕੁਝ ਸਾਡੇ ਕੋਲੇ ਹੈਗਾ ਹੈ। ਇਹ ਛੋਟਾ ਮੋਟਾ ਨਹੀਂ, ਤੁਹਾਡੀ ਤਰ੍ਹਾਂ ਬਹੁਤ, ਜਿੰਨਾ ਕੋ ਤੁਸੀਂ ਥਾਲ ਫੜਿਆ ਏਡਾ ਕੋ ਥਾਲ ਨਹੀਂ। ਸਤਿਗੁਰੂ ਕਹਿੰਦੇ ਆਓ ਤੁਹਾਨੂੰ ਦਰਸ਼ਨ ਕਰਾਵਾਂ। ਕਿੱਡੀ ਵੱਡੀ ਰੱਬ ਦੀ ਆਰਤੀ ਹੋ ਰਹੀ ਹੈ, ਜਿਹੜੀ ਰੋਜ਼ ਹੋ ਰਹੀ ਹੈ, ਹਰ ਸਮੇਂ ਹੋ ਰਹੀ ਹੈ, ਨਿਰੰਤਰ ਹੋ ਰਹੀ ਹੈ। ਸਤਿਗੁਰੂ ਕਹਿੰਦੇ ਵੱਖਰੀ ਆਰਤੀ ਕਰਨ ਦੀ ਜ਼ਰੂਰਤ ਨਹੀਂ, ਜਿਹੜੀ ਆਰਤੀ ਨਿਰੰਤਰ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਪਰਮਾਤਮਾ ਦੀ ਆਰਤੀ ਤਾਂ ਉਹਦੀ ਕੁਦਰਤ ਉਤਾਰ ਰਹੀ ਹੈ। ਆਓ ਸਾਹਿਬ ਜੀ ਫਿਰ ਉਹ ਬਚਨ ਕਰਕੇ ਸਮਝਾਉਂਦੇ ਨੇ। ਧਨਾਸਰੀ ਮਹੱਲਾ ਪਹਿਲਾ ਆਰਤੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਹੈ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਭਾਵ ਕੇ ਮਹੱਲਾ ਪਹਿਲਾ ਭਾਵ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਬਦ ਉਚਾਰ ਰਹੇ ਨੇ ਜਿਹਦਾ ਸਰਲੇਖ ਹੈ ਆਰਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਸ਼ਬਦ ਦਾ ਮੰਗਲ ਹੈ। ਪਰਮਾਤਮਾ ਜੀ ਅਦੁੱਤੀ ਇੱਕ ਹਨ, ਇਹ ਸਾਰਾ ਉਸੇ ਮਾਲਕ ਦਾ ਹੀ ਪਸਾਰਾ ਹੈ, ਤੇ ਸਤਿਗੁਰਾਂ ਦੀ ਕਿਰਪਾ ਨਾਲ ਹੀ ਉਸ ਮਾਲਕ ਜੀ ਦੇ ਬਾਰੇ ਜਾਣਿਆ ਜਾ ਸਕਦਾ ਹੈ। ਸਾਹਿਬ ਜੀ ਆਰੰਭ ਤੇਰੇ ਵਿੱਚ ਕਿਰਪਾ ਕਰਦੇ ਨੇ। ਗਗਨ ਮੈਂ ਥਾਲ, ਹੁਣ ਪੰਡਤਾਂ ਨੇ ਪੁੱਛਿਆ, ਕਹਿਣ ਲੱਗੇ ਸਾਡੇ ਕੋਲ ਤਾਂ ਵੇਖੋ ਥਾਲ ਹੈ, ਇਸ ਥਾਲ ਦੇ ਵਿੱਚ ਅਸੀਂ 2 ਦੀਵੇ ਜਗਾਏ ਨੇ,
ਗੁਰੂ ਸਾਹਿਬ ਕਹਿੰਦੇ ਆਓ ਤੁਹਾਨੂੰ ਰੱਬ ਦੀ ਆਰਤੀ ਦਾ ਥਾਲ ਦਿਖਾਵਾ। ਕਹਿੰਦੇ ਗगन ਮੈਂ ਥਾਲ, ਆ ਜਿੱਡਾ ਵੱਡਾ ਆਸਮਾਨ ਹੈ, ਆਪਾਂ ਉੱਪਰ ਜਦੋਂ ਵੇਖਦੇ ਹਾਂ ਆਸਮਾਨ ਵੱਲ, ਆਕਾਸ਼ ਵੱਲ, ਇਹ ਕਿੱਡਾ ਵੱਡਾ ਹੈ। ਇਸ ਆਸਮਾਨ ਦਾ ਕੋਈ ਅੰਤ ਨਹੀਂ ਪਾ ਰਹੇ। ਗੁਰੂ ਸਾਹਿਬ ਕਹਿੰਦੇ ਵੇਖੋ ਰੱਬ ਦਾ ਥਾਲ ਕਿੱਡਾ ਵੱਡਾ ਹੈ। ਆਸਮਾਨ ਹੀ ਰੱਬ ਦਾ ਥਾਲ ਹੈ। ਕਿੱਡਾ ਵੱਡਾ ਥਾਲ ਹੈ ਰੱਬ ਦੀ ਕੁਦਰਤ ਦਾ। ਪੂਰਾ ਆਕਾਸ਼, ਗगन ਕਹਿੰਦੇ ਨੇ ਆਕਾਸ਼ ਨੂੰ, ਆਸਮਾਨ ਨੂੰ। ਸਤਿਗੁਰੂ ਕਹਿੰਦੇ ਆ ਆਕਾਸ਼ ਰੂਪੀ ਥਾਲ ਹੈ। ਕਿੱਡਾ ਵੱਡਾ ਇਹ ਥਾਲ, ਤੇ ਇਹਦੇ ਵਿੱਚ ਦੀਵੇ ਵੀ ਜਗ ਰਹੇ ਨੇ। ਰੱਬ ਚੰਦ ਦੀਪਕ ਬਣੇ। ਰੱਬ ਕਹਿੰਦੇ ਨੇ ਸੂਰਜ ਨੂੰ, ਚੰਦ ਕਹਿੰਦੇ ਨੇ ਚੰਦਰਮਾ ਨੂੰ। ਗੁਰੂ ਸਾਹਿਬ ਕਹਿੰਦੇ ਤੁਸੀਂ ਤਾਂ ਛੋਟੇ ਛੋਟੇ ਦੀਵੇ ਜਗਾਏ ਆ ਛੋਟੇ ਜਿਹੇ ਥਾਲ ਵਿੱਚ। ਰੱਬ ਦੀ ਆਰਤੀ ਵੇਖੋ ਕਿੱਡੀ ਵੱਡੀ ਹੋ ਰਹੀ ਹੈ। ਆ ਸਾਰਾ ਹੀ ਆਸਮਾਨ ਰੱਬ ਦੀ ਆਰਤੀ ਵਾਸਤੇ ਥਾਲ ਤਿਆਰ ਕੀਤਾ ਹੈ। ਉਹਦੇ ਵਿੱਚ ਸੂਰਜ ਤੇ ਚੰਦਰਮਾ ਰੂਪੀ ਦੋ ਦੀਵੇ ਜਲ ਰਹੇ ਨੇ। ਕਿੱਡਾ ਵੱਡਾ ਦੀਵਾ ਸੂਰਜ, ਚੰਦਰਮਾ ਕਿੰਨਾ ਵੱਡਾ ਦੀਵਾ ਹੈ। ਤੇ ਇਹ ਦੀਵੇ ਕਦੇ ਬੁਝਦੇ ਵੀ ਨਹੀਂ ਹਨ, ਨਿਰੰਤਰ ਜਗਦੇ ਨੇ। ਹਾਂ, ਇੱਕ ਜਗ੍ਹਾ ਤੇ ਜਿਵੇਂ ਹੁਣ ਇੱਥੇ ਰਾਤ ਹੋ ਗਈ, ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਸੂਰਜ ਬੁਝ ਗਿਆ। ਸੂਰਜ ਤਾਂ ਸਦਾ ਹੀ ਜਗਦਾ ਹੈ। ਹਾਂ, ਧਰਤੀ ਦਾ ਇਹ ਪਾਸਾ ਜਿਹੜਾ ਹੈ, ਇਸ ਪਾਸੇ ਉਹਦੀ ਰੌਸ਼ਨੀ ਨਹੀਂ ਆ ਰਹੀ। ਗੁਰੂ ਸਾਹਿਬ ਕਹਿੰਦੇ ਰੱਬ ਦੀ ਆਰਤੀ ਵਾਸਤੇ ਦੋ ਦੀਵੇ ਨਿਰੰਤਰ ਬਲ ਰਹੇ ਨੇ। ਉਹ ਕਿਹੜੇ ਨੇ? ਸੂਰਜ ਤੇ ਚੰਦਰਮਾ। ਤੇ ਕਿਹੜੇ ਥਾਲ ਵਿੱਚ ਨੇ? ਆਕਾਸ਼ ਰੂਪੀ ਥਾਲ ਵਿੱਚ ਰੱਖੇ ਹੋਏ ਨੇ। ਤੇ ਸਾਹਿਬ ਕਹਿੰਦੇ ਤਾਰਿਕਾ ਮੰਡਲ ਜਨਕ ਮੋਤੀ। ਹੁਣ ਤਾਰਿਆਂ, ਜਿਹੜੇ ਤਾਰੇ ਨੇ, ਕਿਉਂਕਿ ਜਿਹੜੇ ਬ੍ਰਾਹਮਣ ਨੇ ਉਹ ਜਿਸ ਵੇਲੇ ਆਰਤੀ ਉਤਾਰਦੇ ਨੇ ਤਾਂ ਜਿਹੜੇ ਮੋਤੀ ਹਨ, ਕੀਮਤੀ ਮੋਤੀ, ਉਹ ਥਾਲੀ ਵਿੱਚ ਰੱਖਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਰੱਬ ਦੀ ਜਿਹੜੀ ਆਰਤੀ ਹੋ ਰਹੀ ਹੈ, ਜਿੰਨੇ ਤਾਰੇ ਨੇ, ਆਪਾਂ ਵੇਖਦੇ ਹਾਂ ਜਦੋਂ ਬੱਦਲ ਨਾ ਹੋਵਣ ਆਕਾਸ਼ ਵਿੱਚ, ਰਾਤ ਨੂੰ ਕਿਤੇ ਧਿਆਨ ਮਾਰ ਕੇ ਵੇਖੀਏ ਤੇ ਸਾਰਾ ਹੀ ਆਸਮਾਨ ਤਾਰਿਆਂ ਨਾਲ ਭਰਿਆ ਹੁੰਦਾ ਹੈ। ਤਾਰੇ, ਉਹਨਾਂ ਦੀ ਚਮਕ ਆਉਂਦੀ ਹੈ, ਟਿਮਟਿਮਾਉਂਦੇ ਹਨ ਤਾਰੇ। ਤੇ ਉਹ ਸਾਰੇ ਤਾਰੇ ਜਿੰਨੇ ਨੇ, ਸਤਿਗੁਰੂ ਕਹਿੰਦੇ ਉਹ ਸਾਰੇ ਹੀ ਮੋਤੀ ਨੇ ਰੱਬ ਦੀ ਆਰਤੀ ਵਾਸਤੇ। ਇਹ ਆਸਮਾਨ ਰੂਪੀ ਥਾਲ ਵਿੱਚ ਰੱਖੇ ਹੋਏ ਮੋਤੀ ਨੇ ਜਿਹੜੇ ਚਮਕਾ ਮਾਰ ਰਹੇ ਨੇ, ਸਾਰੇ ਤਾਰੇ। ਤਾਰਿਕਾ ਮੰਡਲ ਜਨਕ ਮੋਤੀ, ਜਨਕ ਭਾਵ ਕੇ ਜਗਮਗ ਕਰ ਰਹੇ ਨੇ। ਧੂਪ ਮਲਿਆਣ ਲੋ, ਹੁਣ ਜਿਸ ਵੇਲੇ ਆਰਤੀ ਕੀਤੀ ਜਾਂਦੀ ਹੈ ਧੂਫਾਂ ਲਾਈਆਂ ਜਾਂਦੀਆਂ ਨੇ। ਗੁਰੂ ਸਾਹਿਬ ਕਹਿੰਦੇ ਧੂਪ ਮਲਿਆਣ ਲੋ, ਜਿਹੜੀ ਵੱਡੇ ਵੱਡੇ ਪਰਵਤਾਂ ਤੋਂ, ਵੱਡੇ ਵੱਡੇ ਪਹਾੜਾਂ ਤੇ ਉੱਗੀ ਹੋਈ ਜਿੰਨੀਆਂ ਸੁਗੰਧੀਦਾਰ ਬੂਟੀਆਂ ਨੇ, ਸੁਗੰਧੀਦਾਰ ਬੂਟੇ ਨੇ, ਉਹਨਾਂ ਦੀ ਖੁਸ਼ਬੂ ਜਿਹੜੀ ਹੈ, ਇਹ ਰੱਬ ਦੀ ਕੁਦਰਤ ਵਾਸਤੇ ਧੂਪ ਦਾ ਕੰਮ ਕਰ ਰਹੀ ਹੈ। ਬੰਦਾ ਤਾਂ ਇੱਕ ਦੋ ਤੀਲੀਆਂ ਲਾ ਲੈਂਦਾ ਹੈ, ਧੂਪ ਦੀਆਂ ਅਗਰਬੱਤੀਆਂ ਲਾ ਲੈਂਦਾ ਹੈ, ਪਰ ਰੱਬ ਦੀ ਕੁਦਰਤ ਵਿੱਚ ਵੇਖੋ ਕਿੱਡੀ ਵੱਡੀ ਅਗਰਬੱਤੀਆਂ ਨੇ। ਜਿੰਨੇ ਚੰਦਨ ਦੇ ਰੁੱਖ ਨੇ, ਬੇਅੰਤ ਸੁਗੰਧੀਆਂ ਵਾਲੇ ਫੁੱਲ ਨੇ, ਕਿੰਨੀਆਂ ਖੁਸ਼ਬੂਆਂ ਆ ਰਹੀਆਂ ਨੇ। ਪੂਰਾ ਬ੍ਰਹਿਮੰਡ ਸਾਰਾ ਹੀ ਵਾਹਿਗੁਰੂ ਪ੍ਰਮਾਤਮਾ ਜੀ ਨੇ ਭਰਿਆ ਪਿਆ ਸੁਗੰਧੀਆਂ ਵਾਲੇ ਬੂਟਿਆਂ ਦਾ। ਧੂਪ ਮਲਿਆਣ ਲੋ, ਪਵਨ ਚਬਰੋ ਕਰੇ। ਹੁਣ ਜਿਸ ਵੇਲੇ ਆਰਤੀ ਉਤਾਰਦੇ ਨੇ ਬ੍ਰਾਹਮਣ, ਉਸ ਵੇਲੇ ਮੂਰਤੀ ਤੇ ਚੌਰ ਕਰਦੇ ਹਨ। ਉਹ ਚੌਰ ਛੋਟਾ ਹੀ ਹੁੰਦਾ, ਬਹੁਤਾ ਵੱਡਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਵੇਖੋ ਰੱਬ ਦੇ ਘਰ ਵਿੱਚ ਆਰਤੀ ਜਿਹੜੀ ਹੋ ਰਹੀ ਹੈ, ਇਹਦੇ ਵਿੱਚ ਚੌਰ ਕੌਣ ਕਰ ਰਿਹਾ ਹੈ? ਪਵਨ ਚਬਰੋ ਕਰੇ। ਆ ਜਿੰਨੀ ਹਵਾ ਚੱਲਦੀ ਹੈ ਨਾ, ਹਵਾ, ਇਹ ਹਵਾ ਰੱਬ ਦੇ ਉੱਤੇ ਚੌਰ ਕਰ ਰਹੀ ਹੈ। ਹਵਾ ਚੱਲਣਾ ਹੀ ਰੱਬ ਦੇ ਉੱਤੇ ਚੌਰ ਹੋ ਰਿਹਾ, ਨਿਰੰਤਰ ਚੱਲ ਰਹੀ ਹੈ। ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਹੁਣ ਆਪਾਂ ਵੇਖਦੇ ਹਾਂ ਪੂਰੀ ਧਰਤੀ ਤੇ ਕਿੰਨੇ ਫੁੱਲ ਉੱਗੇ ਹੋਏ ਨੇ, ਅਤਿਅੰਤ ਫੁੱਲ ਨੇ। ਅਤਿਅੰਤ ਫੁੱਲ ਜਿਹੜੇ ਨੇ ਉਹ ਕਿਹਦੇ ਵਾਸਤੇ ਨੇ? ਸਾਰੇ ਰੱਬ ਦੇ ਵਾਸਤੇ ਨੇ, ਪਰਮਾਤਮਾ ਜੀ ਦੇ ਚਰਨਾਂ ਵਿੱਚ ਹੀ ਭੇਟਾ ਹੋ ਰਹੇ ਨੇ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਸਾਨੂੰ ਵਚਨ ਕੀਤੇ ਨੇ, ਕਹਿੰਦੇ ਪਿਆਰਿਆ ਤੂੰ ਫੁੱਲ ਤੋੜ ਕੇ ਲਿਆ ਕੇ ਆਪਣੇ ਮਾਲਕ ਦੇ, ਆਪਣੇ ਇਸ਼ਟ ਦੇ ਚਰਨਾਂ ਵਿੱਚ ਰੱਖਦਾ ਹੈ ਤੇ ਸੋਚਦਾ ਹੈ ਮੇਰੇ ਤੋੜ ਕੇ ਲਿਆਂਦੇ ਫੁੱਲਾਂ ਨਾਲ ਮੇਰਾ ਮਾਲਕ ਖੁਸ਼ ਹੋ ਜਾਏਗਾ। ਜਿੱਥੇ ਉਹ ਫੁੱਲ ਲੱਗਿਆ ਹੋਇਆ ਸੀ ਉੱਥੇ ਵੀ ਤਾਂ ਮਾਲਕ ਦੇ ਚਰਨਾਂ ਵਿੱਚ ਹੀ ਸੀ।
ਜਿੱਥੇ ਵੀ ਫੁੱਲ ਹੈਗੇ ਨੇ ਉਹ ਸਾਰੇ ਕੁਦਰਤ ਵਿੱਚ ਹੀ ਨੇ, ਉਸ ਮਾਲਕ ਦੀ ਆਰਤੀ ਉਤਾਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਹੇ ਪੰਡਤ ਜਨੋ, ਤੁਸੀਂ ਤਾਂ ਕੁਝ ਕੁ ਫੁੱਲ ਲਿਆਂਦੇ ਤੇ ਕੁਝ ਫੁੱਲ ਲਿਆ ਕੇ ਦੇਵਤੇ ਦੇ ਚਰਨਾਂ ਵਿੱਚ ਰੱਖੇ, ਜਗਨਨਾਥ ਦੇ ਚਰਨਾਂ ਵਿੱਚ ਰੱਖੇ ਤੇ ਆਰਤੀ ਕੀਤੀ। ਪਰ ਵੇਖੋ ਰੱਬ ਦੀ ਆਰਤੀ ਕਿੰਨੀ ਵੱਡੀ ਹੈ, ਜਿੰਨੇ ਪੂਰੀ ਧਰਤੀ ਤੇ ਸਾਰੀ ਬਨਸਪਤੀ ਦੇ ਫੁੱਲ ਨੇ ਉਹ ਸਾਰੇ ਹੀ ਰੱਬ ਦੇ ਚਰਨਾਂ ਵਿੱਚ ਹੀ ਅਰਪਣ ਨੇ। ਇੱਕ ਸਮੁੱਚੀ ਕੁਦਰਤ, ਸਮੁੱਚੀ ਕਾਇਨਾਤ ਹੀ ਆਪਣੇ ਫੁੱਲ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਅਰਪਣ ਕਰ ਰਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਵੇਖੋ ਕਿੰਨੀ ਵਿਸ਼ਾਲ ਆਰਤੀ ਹੋ ਰਹੀ ਹੈ, ਕਿੱਡੀ ਵਿਸ਼ਾਲ ਆਰਤੀ। ਇੱਕ ਪਾਸੇ ਆ ਛੋਟਾ ਜਿਹਾ ਥਾਲ ਹੈ ਬੰਦੇ ਦੇ ਹੱਥ ਵਿੱਚ, ਛੋਟੇ ਛੋਟੇ ਦੀਵੇ ਜਗਾਏ ਨੇ, ਥੋੜੇ ਜਿਹੇ ਮੋਤੀ ਰੱਖੇ ਨੇ, ਥੋੜੇ ਜਿਹੇ ਫੁੱਲ ਰੱਖ ਲਏ ਤੇ ਬੰਦਾ ਕਹਿੰਦਾ ਜੀ ਮੈਂ ਰੱਬ ਦੀ ਆਰਤੀ ਉਤਾਰਨ ਲੱਗਿਆ। ਗੁਰੂ ਸਾਹਿਬ ਕਹਿੰਦੇ ਉਹ ਭਲਿਆ ਤੈਨੂੰ ਰੱਬ ਦੀ ਆਰਤੀ ਉਤਾਰਨ ਦੀ ਲੋੜ ਨਹੀਂ, ਰੱਬ ਦੀ ਆਰਤੀ ਤਾਂ ਕੁਦਰਤ ਨਿਰੰਤਰ ਕਰ ਰਹੀ ਹੈ, ਸਦੀਆਂ ਤੋਂ ਕਰ ਰਹੀ ਹੈ, ਤੇ ਤੈਨੂੰ ਤਾਂ ਇਸ ਨਿਰੰਤਰ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜਿਵੇਂ ਹਵਾ ਪਾਣੀ ਤੇ ਅੱਗ ਗਾ ਰਹੇ ਨੇ, ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਹਵਾ ਪਾਣੀ ਤੇ ਅੱਗ ਵਾਹਿਗੁਰੂ ਨੂੰ ਗਾ ਰਹੇ ਨੇ ਤੇ ਸਤਿਗੁਰੂ ਕਹਿੰਦੇ ਤੂੰ ਵੀ ਗਾਈ ਚੱਲ। ਸਾਰੀ ਕਾਇਨਾਤ ਉਹਦਾ ਸ਼ੁਕਰਾਨਾ ਕਰ ਰਹੀ ਹੈ। ਕਿੰਨੀ ਪਿਆਰੀ ਤੇ ਕਿੰਨੀ ਵਿਸ਼ਾਲ ਆਰਤੀ ਪਰਮਾਤਮਾ ਦੀ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ। ਹੁਣ ਮੰਦਰ ਵਿੱਚ ਨਗਾਰੇ ਵੱਜਦੇ ਨੇ, ਸ਼ੰਖ ਵੱਜਦੇ ਨੇ, ਉਹਨਾਂ ਦੀ ਧੁਨੀ ਉੱਠਦੀ ਹੈ, ਪਰ ਰੱਬ ਦੇ ਘਰ ਵਿੱਚ ਅਨਹਦ ਦਾ ਨਾਦ ਵੱਜਦਾ ਹੈ, ਜਿਹੜਾ ਬਿਨਾਂ ਵਜਾਏ ਵੱਜੀ ਜਾਂਦਾ ਹੈ। ਸਾਰੇ ਜੀਵਾਂ ਦੇ ਅੰਦਰ ਵਾਹਿਗੁਰੂ ਦਾ ਨਾਦ ਹੀ ਤਾਂ ਵੱਜ ਰਿਹਾ ਜਿਹਦੇ ਨਾਲ ਅਸੀਂ ਜੀ ਰਹੇ ਹਾਂ। ਤੇ ਸਾਹਿਬ ਜੀ ਕਹਿੰਦੇ ਇਹ ਸਾਰੀ ਕਿੱਡੀ ਵੱਡੀ ਆਰਤੀ ਹੋ ਰਹੀ ਹੈ ਵਾਹਿਗੁਰੂ ਪ੍ਰਮਾਤਮਾ ਜੀਆਂ ਦੀ। ਇਹ ਪੰਡਤ ਜਨੋ, ਆ ਛੋਟੀ ਜੀ ਆਰਤੀ ਵਿੱਚ ਮੈਂ ਉੱਠ ਕੇ ਖੜਾ ਨਹੀਂ ਹੋਇਆ, ਕਿਉਂ? ਕਿਉਂਕਿ ਮੈਂ ਤਾਂ ਰੱਬ ਦੀ ਨਿਰੰਤਰ ਹੋ ਰਹੀ ਆਰਤੀ ਵਿੱਚ ਸਦਾ ਹੀ ਸ਼ਾਮਲ ਹਾਂ। ਤੇ ਹੁਣ ਅਸੀਂ ਵੀ ਗੁਰੂ ਸਾਹਿਬ ਦੀ ਆਰਤੀ ਕਰਦੇ ਹਾਂ। ਸ਼ਬਦ ਤਾਂ ਅਸੀਂ ਰੋਜ਼ ਪੜ੍ਹਦੇ ਹਾਂ, ਸੋਹਿਲਾ ਸਾਹਿਬ ਦੀ ਬਾਣੀ ਦੇ ਰਾਹੀਂ ਵੀ ਇਹ ਸ਼ਬਦ ਰੋਜ਼ ਪੜ੍ਹਿਆ ਜਾਂਦਾ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰੇ ਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਚਵਰੋ ਕਰੇ। ਰੋਜ਼ ਪੜ੍ਹਦੇ ਆ ਇਹ ਪਾਵਨ ਵਚਨ, ਰੋਜ਼ ਸ਼ਬਦ ਗਾਉਂਦੇ ਆ, ਪਰ ਉਸ ਮਾਲਕ ਦੀ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣ ਦਾ ਕਦੇ ਯਤਨ ਨਹੀਂ ਕੀਤਾ। ਅਸੀਂ ਛੋਟੀਆਂ ਛੋਟੀਆਂ ਆਰਤੀਆਂ ਕਰਦੇ ਆ, ਛੋਟੀਆਂ ਛੋਟੀਆਂ ਧੂਫਾਂ ਹੀ ਜਗਾਉਂਦੇ ਆ, ਪਰ ਵਾਹਿਗੁਰੂ ਦੀ ਨਿਰੰਤਰ ਹੋ ਰਹੀ ਆਰਤੀ ਨੂੰ ਗਾਈਏ। ਆਓ ਸ਼ਬਦ ਦੀ ਵਿਚਾਰ ਲਗਾਤਾਰ ਜਾਰੀ ਹੈ, ਅਜੇ ਸ਼ਬਦ ਕਾਫੀ ਬਾਕੀ ਹੈ, ਉਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ। ਗੁਰੂ ਸਾਹਿਬ ਜੀ ਨੇ ਕਿਸ ਆਰਤੀ ਦੀ ਗੱਲ ਕੀਤੀ, ਕਿਵੇਂ ਉਸ ਆਰਤੀ ਨਾਲ ਸਾਨੂੰ ਜੋੜਿਆ ਹੈ, ਉਹ ਆਪਾਂ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਤੱਕ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੇਤਾ ਸੰਸਾਰ ਕੀ ਭਰਿਆ, ਏਕੇ ਔਗਣ ਹਮਾਰੀ, ਦਇਆ ਕਰੋ ਰੂਪ ਮੁਗਦੇ ਪਤਰਕਾਰ।